ਮੈਨੂੰ ਇਹ ਲੱਗਦਾ ਹੈ ਵੀ ਸਿਸਟਮ ਬਦਲਿਆ ਜਾ ਸਕਦਾ। ਬਾਕੀ ਆਪਾਂ ਮਾਡਲ ਭਾਵੇਂ ਦਿੱਲੀ ਦਾ ਲੈ ਲਈਏ ਜਾਂ ਬਾਹਰਲੇ ਦੇਸ਼ਾਂ ਦਾ ਚੱਕ ਲਈਏ, ਮਤਲਬ ਦਿਮਾਗ 'ਚ ਇਹੀ ਗੱਲ ਹੈ ਕਿ ਇਸ ਸਿਸਟਮ ਨੂੰ ਬਦਲੀਏ। ਜੋ ਸਿਸਟਮ ਉਲਝ ਗਿਆ ਨਾ ਸਾਡਾ, ਉਹਨੂੰ ਅਸੀਂ ਲੀਹਾਂ ਤੇ ਲੈ ਕੇ ਆਉਣਾ। ਕੀ ਤੁਹਾਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਸਹੀ ਦਿਸ਼ਾ ਆ? ਤੁਹਾਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਸਰਕਾਰ ਬਣਾ ਦੇਗੀ ਪੰਜਾਬ 'ਚ? ਜ਼ਰੂਰ ਬਣਾਏਗੀ, ਲੋਕ ਸਾਡੇ ਨਾਲ ਨੇ। ਆਮ ਆਦਮੀ ਪਾਰਟੀ ਤੇ ਇਲਜ਼ਾਮ ਲੱਗਿਆ ਕਿ ਤਕਰੀਬਨ 30 ਤੋਂ 35 ਸੀਟਾਂ ਐਤਕੀ ਪੈਸਿਆਂ ਦੇ ਜ਼ੋਰ ਤੇ ਲੈ ਗਈ। ਕੀ ਲੱਗਦਾ ਹੈ ਆਮ ਆਦਮੀ ਪਾਰਟੀ ਪਰਿਵਾਰ ਦਾ ਵਿੱਚ ਵਿਸ਼ਵਾਸ ਨਹੀਂ ਰੱਖਦੀ? ਜੇ ਤੁਸੀਂ ਮੇਰੀ ਗੱਲ ਕਰਦੇ ਹੋ ਕਿ ਮੈਨੂੰ ਟਿਕਟ ਇਸ ਲਈ ਦਿੱਤੀ ਗਈ ਕਿ ਮੇਰੇ ਫਾਦਰ ਸਾਹਿਬ MP ਨੇ, ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਕਿਉਂਕਿ ਉਹ ਬਹੁਤ ਪਹਿਲਾਂ ਤੋਂ ਹੀ ਕਹਿੰਦੇ ਸੀ ਕਿ ਵੀ ਮੇਰੇ ਬੱਚੇ ਸਿਆਸਤ 'ਚ ਨਹੀਂ ਆਉਣਗੇ। ਡਾਕਟਰ ਬਲਜੀਤ ਕੌਰ ਆ ਗਈ। ਹਾਂ, 1000 ਰੁਪਏ ਦੀ ਗੱਲ ਕੀਤੀ ਸੀ, ਅਰਵਿੰਦ ਕੇਜਰੀਵਾਲ ਨੇ ਗਰੰਟੀ ਦਿੱਤੀ ਆ ਕਿ ਔਰਤਾਂ ਨੂੰ ਵੀ 1000 ਰੁਪਇਆ ਦੇਵਾਂਗੇ। ਦਿੱਲੀ 'ਚ ਸਰਕਾਰ ਹੈ, ਉੱਥੇ ਕਿਉਂ ਨਹੀਂ ਦਿੰਦੀ? ਵੈਸੇ ਤਾਂ ਬੀਬੀਆਂ ਨੂੰ, ਔਰਤਾਂ ਨੂੰ ਹਰ ਵਰਗ ਤੇ ਪਰਖਿਆ ਜਾਂਦਾ ਹੈ, ਹਰ ਪੌੜੀ ਤੇ ਪਰਖਿਆ ਜਾਂਦਾ ਹੈ। ਬਤੌਰ ਪੋਲੀਟੀਸ਼ੀਅਨ ਵੀ ਤੁਹਾਨੂੰ ਬਹੁਤ ਪਰਖਿਆ ਜਾਊਗਾ। ਅਸਲ 'ਚ ਪੋਲੀਟਿਕਸ 'ਚ ਇਮਾਨਦਾਰ ਕੀ ਹੁੰਦਾ ਹੈ? ਉਹ ਪੋਲੀਟੀਸ਼ੀਅਨ ਇਮਾਨਦਾਰ ਹੈ ਜਿਹੜਾ ਆਪਣੇ ਲੋਕਾਂ ਨੂੰ ਉਹਦੇ ਬਣਦੇ ਹੱਕ ਦੇ ਰਿਹਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਸੁਰਖਾਬ ਇੱਕ ਵਾਰ ਫਿਰ ਪ੍ਰੋਗਰਾਮ ਕਿੱਸਾ ਅਣਸੁਣੀ ਕਹਾਣੀ ਲੈ ਕੇ ਹਾਜ਼ਰ ਹੋਇਆ। ਦੋਸਤੋ, ਅੱਜ ਖੜੇ ਆ ਮਲੋਟ ਹਲਕੇ ਦੇ ਵਿੱਚ। ਬਾਦਲ ਤੋਂ 17 ਕਿਲੋਮੀਟਰ ਦੂਰ ਇਹ ਸ਼ਹਿਰ ਪੈਂਦਾ ਆ ਤੇ ਬਾਦਲ ਦੇ ਜੇ ਅੰਦਰ ਜੋ ਦਰਖਤ ਲੱਗਿਆ ਉਹਦੀ ਛਾਂ ਇਸ ਸ਼ਹਿਰ ਤੇ, ਇਸ ਹਲਕੇ ਤੇ ਜ਼ਰੂਰ ਰਹਿੰਦੀ ਹੈ। ਤੇ ਇੱਥੇ ਉਮੀਦਵਾਰ ਆਮ ਆਦਮੀ ਪਾਰਟੀ ਨੇ ਡਾਕਟਰ ਬਲਜੀਤ ਕੌਰ ਨੂੰ ਉਤਾਰਿਆ ਹੈ ਤੇ ਆਓ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿੱਦਾਂ ਦਾ ਹੈ ਉਹਨਾਂ ਦਾ ਪੋਲੀਟੀਕਲ ਐਕਸਪੀਰੀਅੰਸ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤਾਂ ਠੰਡ ਬਹੁਤ ਹੈ। ਬਾਕੀ ਡਾਕਟਰ ਕੋਲ ਆਏ, ਡਾਕਟਰ ਤੋਂ ਪੁੱਛਾਂਗੇ ਠੰਡ ਤੋਂ ਵੀ ਕਿਵੇਂ ਬਚਣਾ ਹੁੰਦਾ। ਠੰਡ ਤੋਂ ਬਚਣ ਦੇ ਤਰੀਕੇ ਤਾਂ ਤੁਹਾਨੂੰ ਜ਼ਿਆਦਾ ਪਤਾ ਸਾਡੇ ਨਾਲੋਂ। ਨਹੀਂ ਜੀ, ਸਾਡਾ ਕੰਮ ਇਹ ਜਾਂ ਵੀ ਅੱਜ ਸਵੇਰੇ ਚੰਡੀਗੜ੍ਹੋਂ ਚੱਲੇ ਤੇ ਰਾਹ 'ਚ ਧੁੰਦ ਬਹੁਤ ਸੀ। ਅੱਛਾ ਜੀ। ਤੇ ਫਿਰ ਬਸ ਕੱਪੜੇ ਕੁਪੜੇ ਪਾ ਕੇ ਬਚਾ ਲਈਦਾ ਜਾਂ ਆਪਦੇ ਹਾਂ ਹਾਂ ਬਿਲਕੁਲ, ਡਾਕਟਰ ਕੋਲੇ ਵੀ ਇਹੀ ਰਾਹ ਹੁੰਦਾ ਕਿ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ ਕੱਪੜਿਆਂ ਦੀ ਸਹਾਇਤਾ ਲਵਾਂਗੇ। ਪਰ ਡਾਕਟਰ ਨਾ ਇਹ ਗੱਲ ਮੰਨੀ ਜਾਂਦੀ ਵੀ ਡਾਕਟਰ ਵਹਿਮੀ ਜਾਂ ਕੌਨਸ਼ੀਅਸ, ਹੈਲਥ ਕੌਨਸ਼ੀਅਸ ਜ਼ਿਆਦਾ ਹੁੰਦੇ ਆ। ਜਦੋਂ ਤੁਸੀਂ ਆ ਮਤਲਬ ਪ੍ਰਚਾਰ ਕਰਦੇ ਹੋ, ਇਹਦੇ 'ਚ ਫਿਰ ਆਪਦਾ ਜਿਹੜਾ ਉਹ ਸਿਸਟਮ ਉਹ ਕਿਵੇਂ ਰੱਖਦੇ ਹੋ ਬਰਕਰਾਰ? ਫਿਰ ਹਾਂ, ਕੁਛ ਨਾ, ਜਿਵੇਂ ਹੁਣ ਅੱਜ ਕੱਲ੍ਹ ਕੋਵਿਡ ਦਾ ਜ਼ਿਆਦਾ ਇੰਸਟਰਕਸ਼ਨਾਂ ਵੀ ਜਿਵੇਂ ਆ ਰਹੀਆਂ ਨੇ, ਤਾਂ ਉਹਦੇ 'ਚ ਥੋੜ੍ਹਾ ਜਿਹਾ ਲੱਗਦਾ ਵੀ ਜਿਵੇਂ ਜ਼ਿਆਦਾ ਕਰਾਊਡ 'ਚ ਜਾਣਾ ਪੈਂਦਾ ਤਾਂ ਸਾਨੂੰ ਪ੍ਰੋਟੈਕਸ਼ਨ ਆਪਦੀ ਰੱਖਣੀ ਪੈਂਦੀ ਹੈ। ਬਸ ਇਹਦੇ ਵਿੱਚ ਤਾਂ ਇਹ ਹੈ ਕਿ ਅਸੀਂ ਘੱਟ ਤੋਂ ਘੱਟ ਖਾਂਦੇ ਹਾਂ। ਅੱਛਾ, ਖਾਣ ਦਾ ਕਨਸੈਪਟ ਘੱਟ ਤੋਂ ਘੱਟ ਕੇ ਲੋਕ ਹੋਰ ਬਹੁਤ ਕੁਝ ਖਵਾਉਂਦੇ ਆ। ਨਹੀਂ ਹੋਰ, ਹਾਂ, ਲੋਕ ਬਹੁਤ ਜਿੱਥੇ ਵੀ ਜਿਹਦੇ ਘਰੇ ਜਾਓ ਅਗਲੇ ਕਹਿੰਦੇ ਵੀ ਚਾਹ ਪੀਓ। ਚਾਹ ਨਹੀਂ ਪੀਂਦੇ ਤਾਂ ਲੋਕ ਨਾਰਾਜ਼ ਹੁੰਦੇ ਆ। ਪਹਿਲਾਂ ਚਾਹ ਪੀਂਦੇ ਸੀ ਇੰਨੀ? ਨਹੀਂ, ਇੰਨੀ ਚਾਹ ਮੈਂ ਕਦੇ ਵੀ ਨਹੀਂ ਪੀਤੀ ਸੀ। ਅੱਛਾ, ਹੁਣ ਪੋਲੀਟੀਸ਼ੀਅਨ ਬਣਨਾ ਚਾਹ ਪੀਣੀ ਪੈਣੀ ਆ। ਹਾਂ, ਚਾਹ ਪੀਣੀ ਪੈਣੀ ਹੈ। ਡਾਕਟਰ ਬਲਜੀਤ ਕੌਰ 22-23 ਸਾਲ ਆਪਦਾ ਬੜਾ ਲੰਮਾ ਸਮਾਂ ਹੁੰਦਾ ਸੇਵਾ ਕਰਦੇ ਨੇ ਲੋਕਾਂ ਦੀ ਬਤੌਰ ਡਾਕਟਰ। ਵੋਟਾਂ ਵਾਲੇ ਪਾਸੇ, ਮਤਲਬ ਸਿਆਸਤ ਵਾਲੇ ਪਾਸੇ ਕਿਉਂ? ਨਹੀਂ, ਇਹ ਮੈਂ ਕੋਈ ਮਤਲਬ ਮੇਰੇ ਮਨ 'ਚ ਇੰਨਾ ਨਹੀਂ ਸੀ ਕੋਈ ਵੀ ਮੈਂ ਸਿਆਸਤ ਵਾਲੇ ਪਾਸੇ ਜਾਣਾ। ਜੇਕਰ ਤੁਸੀਂ ਮੇਰਾ ਕੈਰੀਅਰ ਦੇਖੋ ਨਾ, ਤਾਂ ਮੈਂ ਐਜ਼ ਐਨ ਆਈ ਸਰਜਨ ਇੱਥੇ ਮੁਕਤਸਰ ਹਲਕੇ 'ਚ ਬਹੁਤ ਕੰਮ ਕੀਤਾ ਜੀ। ਉਹ ਇੱਥੇ ਜਿਵੇਂ ਮੈਂ 7 ਸਾਲਾਂ ਤੋਂ ਇੱਥੇ ਹੀ ਕੰਮ ਕਰ ਰਹੀ ਸੀ ਤੇ ਸਰਜਰੀ ਮਤਲਬ ਮੈਂ ਇੰਨੀ ਜ਼ਿਆਦਾ ਹੌਲੀ ਹੌਲੀ ਮੇਰਾ ਕੰਮ ਵੱਧ ਗਿਆ ਸੀ ਕਿ ਪਿਛਲੇ 7 ਸਾਲਾਂ ਤੋਂ ਸਿਰਫ ਸਿਵਲ ਹਸਪਤਾਲ ਮੁਕਤਸਰ 'ਚ ਹੀ ਮੈਕਸੀਮਮ ਸਰਜਰੀ ਹੁੰਦੀ ਸੀ ਆਈ ਪੂਰੇ ਪੰਜਾਬ 'ਚ ਜੀ। ਤੇ 3 ਵਾਰੀ ਸਰਕਾਰ ਨੇ ਮੈਨੂੰ ਉਹਦੇ ਲਈ ਅਵਾਰਡ ਵੀ ਦਿੱਤਾ, ਬੈਸਟ ਪਰਫਾਰਮਿੰਗ ਆਈ। ਕਿਹੜੀ ਸਰਕਾਰ ਨੇ ਦਿੱਤਾ? ਦੇਖੋ, ਸਰਕਾਰਾਂ ਜਿਵੇਂ ਆਪਾਂ ਕਹਿ ਲਈਏ ਵੀ ਸਾਡੀ ਇੱਕ ਨਾ ਨੈਸ਼ਨਲ ਪ੍ਰੋਗਰਾਮ ਆਫ ਕੰਟਰੋਲ ਆਫ ਬਲਾਈਂਡਨੈਸ ਪ੍ਰੋਗਰਾਮ ਹੈ। ਠੀਕ ਹੈ ਜੀ। ਉਹ ਪ੍ਰੋਗਰਾਮ ਵੱਲੋਂ ਮੈਨੂੰ ਬੈਸਟ ਪਰਫਾਰਮਿੰਗ ਆਈ ਸਰਜਨ ਦਿੱਤਾ ਗਿਆ। ਉਹਦੇ ਵਿੱਚ ਪਹਿਲਾਂ ਅਕਾਲੀ ਸਰਕਾਰ ਵੀ ਸੀ, ਫਿਰ ਕਾਂਗਰਸ ਵੀ ਸੀ, ਤੇ ਉਸ ਤੋਂ ਬਾਅਦ ਜੀ ਪੰਜਾਬ, ਹਰਿਆਣਾ, ਹਿਮਾਚਲ ਨੇ ਇੱਕ ਪ੍ਰੋਗਰਾਮ ਕਰਵਾਇਆ ਸੀਗਾ ਜਿਹਦੇ 'ਚ 3 ਸਟੇਟਸ ਦੇ ਬੈਸਟ ਡਾਕਟਰਸ ਨੂੰ ਬੁਲਾਇਆ ਸੀ। ਅੱਛਾ। ਹਾਂ, ਉਹਦੇ 'ਚ ਵੀ ਮੈਨੂੰ ਉਹਨਾਂ ਨੇ ਆਨਰ ਕੀਤਾ ਸੀ। ਫਿਰ ਤੁਹਾਡੀਆਂ ਅੱਖਾਂ ਤਾਂ ਪੂਰੀਆਂ ਤੇਜ਼ ਹੋਣਗੀਆਂ। ਆਪਦੇ ਵੱਲੋਂ ਤਾਂ ਕੋਸ਼ਿਸ਼ ਕਰੀ ਸੀ। ਅੱਛਾ, ਪਾਰਟੀ ਆਮ ਆਦਮੀ ਪਾਰਟੀ ਹੀ ਕਿਉਂ? ਆਮ ਆਦਮੀ ਪਾਰਟੀ ਇਸ ਲਈ ਵੀ ਜਿਹੜਾ ਮੇਰਾ ਕੈਰੀਅਰ ਜੁੜਿਆ ਹੋਇਆ ਸੀ, ਮੈਂ ਜ਼ਿਆਦਾਤਰ ਜਿਵੇਂ ਕਹਿ ਲਓ ਕਿ ਚੈਰਿਟੀ ਨਾਲ ਜੁੜੀ ਹੋਈ ਸੀ। ਮੇਰਾ ਜਿਹੜਾ ਕੈਰੀਅਰ ਸੀ ਨਾ, ਮੈਂ ਐਜ਼ ਆਈ ਸਰਜਨ ਵੀ ਚੈਰੀਟੇਬਲ ਕੰਮ ਜ਼ਿਆਦਾ ਹੁੰਦਾ ਸੀਗਾ। ਮਤਲਬ ਲੋਕਾਂ 'ਚ ਬਹੁਤ ਜ਼ਿਆਦਾ ਵਿਚਰਦੇ ਸੀ, ਕੈਂਪਸ ਲਗਾਉਂਦੇ ਸੀ ਜਗ੍ਹਾ ਜਗ੍ਹਾ 'ਤੇ। ਤਾਂ ਜਿਸ ਤਰ੍ਹਾਂ ਲੋਕਾਂ ਦੀਆਂ ਜੋ ਪ੍ਰੋਬਲਮ ਸਾਡੇ ਨਾਲ ਸ਼ੇਅਰ ਕਰਦੇ ਸੀ, ਉਹਨਾਂ ਨੂੰ ਲੱਗਦਾ ਸੀ ਵੀ ਸਾਡੇ ਵਰਗੇ ਹੀ ਆ। ਤਾਂ ਉਦੋਂ ਜਦੋਂ ਸਾਡਾ ਹੈਲਥ ਸਿਸਟਮ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਦਿੱਲੀ ਵਾਲਾ ਹੈਲਥ ਸਿਸਟਮ ਹੈ ਨਾ, ਉਹਨੂੰ ਦੇਖ ਕੇ ਮਨ 'ਚ ਮਤਲਬ ਕਿਤੇ ਨਾ ਕਿਤੇ ਆਉਂਦਾ ਸੀਗਾ ਵੀ ਆਮ ਆਦਮੀ ਪਾਰਟੀ ਹੈ ਜਿਹੜੀ, ਵੀ ਕਿਉਂ ਨਾ ਇਸ ਪਾਰਟੀ ਦੀਆਂ ਪਾਲਿਸੀਜ਼ ਇੱਥੇ ਵੀ ਲਿਆਂਦੀਆਂ ਜਾਣ।
ਤੁਹਾਨੂੰ ਲੱਗਦਾ ਹੈ ਵੀ ਜੋ ਦਿੱਲੀ 'ਚ ਤੁਸੀਂ ਕਹਿ ਰਹੇ ਹੋ ਵੀ ਕਿਉਂਕਿ ਅਰਵਿੰਦ ਕੇਜਰੀਵਾਲ ਦਿੱਲੀ ਮਾਡਲ, ਭਗਵੰਤ ਮਾਨ ਦਿੱਲੀ ਮਾਡਲ, ਰਾਘਵ ਚੱਡਾ ਦਿੱਲੀ ਮਾਡਲ, ਆਮ ਆਦਮੀ ਪਾਰਟੀ ਦੇ ਜਿੰਨੇ ਬੰਦੇ ਆ ਨਾ ਉਹ ਦਿੱਲੀ ਮਾਡਲ ਕਰਦੇ ਨੇ। ਕਦੇ ਮੈਂ ਨਹੀਂ ਕਦੇ ਸੁਣਿਆ ਵੀ ਉਹਨਾਂ ਨੇ ਕੋਈ ਪੰਜਾਬ ਦੇ ਲਈ ਇਸ ਤਰੀਕੇ ਦਾ ਮਾਡਲ ਜਾਂ ਪੰਜਾਬ ਨੂੰ ਕੋਈ ਵੱਖਰਾ ਮਾਡਲ ਬਣਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਨਹੀਂ, ਹਾਂ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ। ਉਹ ਸਾਨੂੰ ਐਂ ਲੱਗਦਾ ਨਾ ਵੀ ਉਹ ਬੈਟਰ ਹੈ। ਬਾਕੀ ਜਿਵੇਂ ਮੈਂ ਆਪਣੀ ਗੱਲ ਜਿਵੇਂ ਕਰਾਂ ਤਾਂ ਪਹਿਲਾਂ ਜਿਸ ਤਰ੍ਹਾਂ ਜਿੰਨਾ ਕੁ ਮੇਰਾ ਐਕਸਪੀਰੀਅੰਸ ਹੈ, ਜਿਵੇਂ ਸਿਵਲ ਹਸਪਤਾਲ ਦੇ ਵਿੱਚ ਲੋਕ ਜਾਂਦੇ ਇਲਾਜ ਕਰਾਉਣ, ਤਾਂ ਮੈਂ ਇਹ ਦੇਖਦੀ ਸੀ ਵੀ ਗਰੀਬ ਜਿਹਦੇ ਕੋਲ ਬਿਲਕੁਲ ਪੈਸਾ ਨਹੀਂ ਹੁੰਦਾ ਹੈ ਨਾ, ਉਹੀ ਲੋਕ ਪ੍ਰੈਫਰ ਕਰਦੇ ਆ ਵੀ ਸਰਕਾਰੀ ਹਸਪਤਾਲਾਂ 'ਚ ਜਾਈਏ। ਪਰ ਮੈਂ ਉੱਥੇ ਜਿਵੇਂ ਲਗਾਤਾਰਤਾ ਨਾਲ ਕੰਮ ਕੀਤਾ, ਮਤਲਬ ਜਿਵੇਂ ਬੈਠੀ ਰਹਿੰਦੀ ਸੀ, ਤਾਂ ਹੌਲੀ ਹੌਲੀ ਉਹ ਇੰਨਾ ਸਿਸਟਮ ਮਤਲਬ ਲੋਕਾਂ ਨੂੰ ਪਸੰਦ ਆਇਆ ਮੇਰਾ ਕੰਮ। ਤੇ ਮੇਰੇ ਕੋਲ ਮਤਲਬ ਪੜ੍ਹੇ ਲਿਖੇ ਲੋਕ, NRI, ਮਤਲਬ ਵੱਡੇ ਵੱਡੇ ਘਰਾਂ ਦੇ ਲੋਕ ਵੀ ਆਪਣਾ ਇਲਾਜ ਕਰਾਉਣ ਆਉਂਦੇ ਸੀ। ਤੇ ਮੈਨੂੰ ਇਹ ਲੱਗਦਾ ਹੈ ਵੀ ਸਿਸਟਮ ਬਦਲਿਆ ਜਾ ਸਕਦਾ। ਬਾਕੀ ਆਪਾਂ ਮਾਡਲ ਭਾਵੇਂ ਦਿੱਲੀ ਦਾ ਲੈ ਲਈਏ ਜਾਂ ਬਾਹਰਲੇ ਦੇਸ਼ਾਂ ਦਾ ਚੱਕ ਲਈਏ, ਮਤਲਬ ਦਿਮਾਗ 'ਚ ਇਹੀ ਗੱਲ ਹੈ ਕਿ ਇਹ ਸਿਸਟਮ ਨੂੰ ਬਦਲੀਏ ਵੀ ਕੁਛ ਆਮ ਲੋਕਾਂ ਦੇ ਹਿੱਸੇ। ਤੁਸੀਂ ਬਾਹਰਲੀ ਗੱਲ ਕੀਤੀ, ਕੁਝ ਕੁ ਪਾਰਟੀਆਂ ਕਦੇ ਕੈਲੀਫੋਰਨੀਆ ਬਣਾਉਣ ਦੀ ਗੱਲ ਕਰਦੀਆਂ ਸੀ ਪੰਜਾਬ ਨੂੰ, ਇਸ ਮਲੋਟ ਹਲਕੇ ਨੂੰ ਵੀ ਉਹਨਾਂ ਨੇ ਕੈਲੀਫੋਰਨੀਆ ਵਰਗਾ ਬਣਾਉਣ ਦੀ ਗੱਲ ਕੀਤੀ। ਫਿਰ ਕਦੇ ਉਹ ਬਠਿੰਡੇ ਨੂੰ ਕਹਿ ਦਿੰਦੇ ਸੀਗੇ ਪੈਰਿਸ ਇੱਦਾਂ ਦੀ ਬਣਾਉਣਾ ਆ, ਇਹ ਵਿਦੇਸ਼ ਬਣਾਉਣਾ ਆ। ਗੱਲ ਇਹ ਹੁੰਦੀ ਸੀ ਵਿਦੇਸ਼ਾਂ ਵਰਗਾ ਬਣਾਉਣਾ ਹੈ, ਗੱਲ ਇਹ ਹੁੰਦੀ ਹੈ ਵੀ ਦਿੱਲੀ ਵਰਗਾ ਬਣਾਉਣਾ ਹੈ। ਗੱਲ ਕਦੇ ਨਹੀਂ ਹੋਈ ਵੀ ਜੋ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਸੀ ਇਸ ਨੂੰ ਉਹ ਪੰਜਾਬ ਬਣਾਉਣਾ। ਇਹ ਗੱਲ ਇਹ ਤਾਂ ਵਿਦੇਸ਼ਾਂ ਵਾਲੀ ਕਰ ਰਹੇ ਕਿਉਂਕਿ ਇੱਕ ਤਾਂ ਟ੍ਰੈਂਡ ਜਿਹੜਾ ਬੱਚੇ ਆ ਪੜ੍ਹ ਲਿਖ ਕੇ ਬਾਹਰ ਜਾ ਰਹੇ, ਇਹ ਕਿਤੇ ਨਾ ਕਿਤੇ ਪਾਰਟੀਆਂ ਨੂੰ ਇਹ ਦਿਖਦਾ ਹੁੰਦਾ ਨਾ ਵੀ ਸਾਡਾ ਉਦੋਂ ਇਤਿਹਾਸ 'ਚ ਇਹ ਪੜ੍ਹਿਆ ਜਾਂਦਾ ਹੈ ਵੀ ਬਾਹਰਲੇ ਲੋਕ ਇੱਥੇ ਆ ਕੇ ਪੜ੍ਹਦੇ ਹੁੰਦੇ। ਹਾਂ, ਪੜ੍ਹਦੇ ਸੀ, ਬਿਲਕੁਲ ਇਹ ਸੱਚੀ ਗੱਲ ਹੈ। ਤੇ ਉਹ ਸਮਝ ਲਓ ਵੀ ਇੱਕ ਆਪਾਂ ਲੋਕਾਂ ਨੂੰ ਭਰਮਾਉਣ ਵਾਲੀ ਗੱਲ ਵੀ ਕਹਿ ਸਕਦੇ ਵੀ ਮੈਂ ਵੀ ਬੈਠ ਕੇ ਕਹਿ ਦਵਾਂ ਕੈਲੀਫੋਰਨੀਆ ਬਣਾਉਣਾ ਹੈ, ਇਸ ਤਰ੍ਹਾਂ ਨਹੀਂ ਹੋ ਸਕਦਾ ਵੀ ਕੈਲੀਫੋਰਨੀਆ ਬਣਾ ਦਾਂਗੇ। ਅਸੀਂ ਸਿਰਫ ਜੋ ਸਿਸਟਮ ਉਲਝ ਗਿਆ ਨਾ ਸਾਡਾ, ਉਹਨੂੰ ਅਸੀਂ ਲੀਹਾਂ ਤੇ ਲੈ ਕੇ ਆਉਣਾ। ਬਿਲਕੁਲ ਉਲਝੇ ਸਿਸਟਮ ਨੂੰ ਲੀਹਾਂ ਤੇ ਲਿਆਉਣਾ ਹੈ। ਪਰ ਕੀ ਤੁਹਾਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਸਹੀ ਦਿਸ਼ਾ ਆ? ਹਾਂ, ਨਹੀਂ ਸਾਨੂੰ ਤਾਂ ਬਿਲਕੁਲ ਲੱਗ ਰਿਹਾ ਹੈ ਕਿਉਂਕਿ ਜੇ ਤੁਸੀਂ ਬਾਰ-ਬਾਰ ਗੱਲ ਕਰਦੇ ਕਿ ਦਿੱਲੀ ਮਾਡਲ ਹੀ ਕਿਉਂ, ਕਿਉਂਕਿ ਉੱਥੇ ਸਾਨੂੰ ਵੀ ਇਹ ਲੱਗਦਾ ਨਾ ਵੀ ਉੱਥੇ ਦਾ ਸਿਸਟਮ ਵੀ ਸਾਡੇ ਵਾਂਗੂ ਹੀ ਪਹਿਲਾਂ ਪਛੜ ਗਿਆ ਸੀਗਾ। ਦੇਖਿਆ ਉੱਥੋਂ ਦੇ ਹਸਪਤਾਲ ਗਏ ਸੀ ਦਿੱਲੀ। ਹਾਂ, ਉੱਥੋਂ ਦੇ ਜਿਵੇਂ ਇੱਕ ਉਹੀ ਗੱਲ ਹੈ ਨਾ ਵੀ ਥੋੜੇ ਲੈਵਲ ਦੇ ਲੋਕਾਂ ਮਤਲਬ ਥੋੜੇ ਏਰੀਏ ਲਈ ਇੱਕ ਮੁਹੱਲਾ ਕਲੀਨਿਕ ਬਣ ਗਿਆ। ਤੇ ਇੱਥੇ ਜਿਵੇਂ ਹੁਣ ਆਪਾਂ ਪਿੰਡਾਂ 'ਚ ਜਿਵੇਂ ਮੈਂ ਵੀ ਜਾ ਰਹੀ ਹਾਂ ਤੇ ਡਿਸਪੈਂਸਰੀਆਂ ਵੀ ਨਹੀਂ ਆ ਪਿੰਡਾਂ 'ਚ ਨਾ। ਕਈ ਪਿੰਡਾਂ ਹੁਣ ਮੈਂ ਪਿੱਛੇ ਜਾ ਕੇ ਆਇਆ, ਪਹਿਲਾਂ ਮੈਂ ਸ਼ਾਇਦ ਨਾ ਇੰਨਾ ਵਿਚਰੀ ਹੋਵਾਂ, ਪਰ ਹੁਣ ਜਦੋਂ ਮੈਂ ਜਾ ਕੇ ਦੇਖਿਆ ਡਿਸਪੈਂਸਰੀਆਂ ਦੀਆਂ ਛੱਤਾਂ ਡਿੱਗੀਆਂ ਹੋਈਆਂ, ਉੱਥੇ ਕੋਈ ਡਾਕਟਰ ਨਹੀਂ ਆਉਂਦਾ, ਸਿਰਫ ਮਲਟੀਪਰਪਸ ਹੈਲਥ ਵਰਕਰ ਆਉਂਦਾ, ਉਹਦੇ ਕੋਲ ਦੇਣ ਲਈ ਕੋਈ ਦਵਾਈ ਨਹੀਂ ਹੈ। ਸਿੱਖਿਆ ਤੇ ਨਾਲ ਜਿਹੜਾ ਹੈਲਥ ਆ ਨਾ ਉਹਦੇ ਬਜਟ ਬਹੁਤ ਜ਼ਿਆਦਾ ਘਟਾਤਾ। ਇਹ ਕਿਸੇ ਅਰਥਸ਼ਾਸਤਰੀ ਕੋਲ ਮੈਂ ਬੈਠਾ ਸੀ, ਮੈਨੂੰ ਕਹਿੰਦੇ ਵੀ 35% ਬਜਟ ਜਿਹੜਾ ਪੰਜਾਬ ਸਰਕਾਰ ਦਾ ਹੈ ਉਹ ਕਰਜ਼ਾ ਮੋੜਨ 'ਚ ਜਾਂਦਾ ਤੇ ਉਸ ਤੋਂ ਬਾਅਦ ਸਿੱਖਿਆ ਦੇ ਨਾਲ ਸਿਹਤ ਤੇ ਬਜਟ ਦਿਨੋਂ ਦਿਨ ਘਟਦਾ ਹੀ ਜਾ ਰਿਹਾ, ਵਾਧਾ ਨਹੀਂ ਨਜ਼ਰ ਆ ਰਿਹਾ। ਨਹੀਂ, ਇਹ ਫਿਰ ਜਿੰਨੀ ਦੇਰ ਕਰਪਸ਼ਨ ਨਹੀਂ ਖਤਮ ਹੁੰਦੀ ਉਨੀ ਦੇਰ ਸਾਡਾ ਬਜਟ ਇਹਨਾਂ ਕੰਮਾਂ ਵੱਲ ਆਉਣਾ ਹੀ ਨਹੀਂ ਹੈ। ਕਿਵੇਂ ਘਟਾਓਗੇ ਕਰਪਸ਼ਨ, ਕਿਵੇਂ ਘਟਾਓਗੇ? ਇੱਕ ਸਰਕਾਰੀ ਦਫ਼ਤਰ ਦੇ ਬਾਹਰ ਖੜਾ ਇੱਕ ਆਮ ਆਦਮੀ, ਮੈਂ ਤੁਹਾਡੀ ਪਾਰਟੀ ਦਾ ਆਮ ਆਦਮੀ ਨਹੀਂ ਕਹਿ ਰਿਹਾ, ਮੈਂ ਮਲੋਟ ਦਾ ਆਮ ਬੰਦਾ, ਉਹ ਡਰਦਾ ਹੈ ਚਾਹੇ ਕੋਈ ਵੀ ਸਰਕਾਰੀ ਦਰਬਾਰ ਹੈ। ਉਹ ਕਹਿੰਦਾ ਯਾਰ ਇੱਥੇ ਕੋਈ 500, 1000, 2000 ਦੇਣਾ ਪੈਣਾ, ਉਹ ਤੋਂ ਬਿਨਾ ਕੰਮ ਨਹੀਂ ਹੋਣਾ। ਸਰਕਾਰੀ ਹਸਪਤਾਲ ਦੇ ਖੜਾ ਬਾਹਰ ਉਹ ਇਸ ਗੱਲੋਂ ਡਰਦਾ ਵੀ ਖੌਰੇ ਮੈਂ ਇੱਥੋਂ ਵਾਪਸ ਸਾਹਾਂ ਤੇ ਆਊਂਗਾ ਜਾਂ ਫੱਟੇ ਤੇ ਪੈ ਕੇ ਆਊਂਗਾ। ਦੇਖੋ ਇਹ ਸਿਸਟਮ ਹੈ ਨਾ ਜਿਹੜਾ, ਜਦ ਆਪਾਂ ਕਿਵੇਂ ਕਰਪਸ਼ਨ ਕਿਵੇਂ ਘਟਾਵਾਂਗੇ? ਕਰਪਸ਼ਨ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਿਰਫ ਅਫਸਰਾਂ ਨਾਲ ਜੁੜੀ ਹੋਈ ਹੈ ਜਾਂ ਡਾਕਟਰਾਂ ਨਾਲ ਜੁੜੀ ਹੋਈ ਹੈ। ਕਰਪਸ਼ਨ ਉੱਪਰ ਤੱਕ ਜੁੜੀ ਹੋਈ ਹੈ। ਜੇ ਆਪਾਂ ਉਹੋ ਜਿਹੇ ਲੀਡਰ ਆਉਣਗੇ ਜਿਨ੍ਹਾਂ ਨੇ ਕਰਪਸ਼ਨ ਵੱਲ ਮੂੰਹ ਨਹੀਂ ਕਰਨਾ, ਤਾਂ ਅੱਗੋਂ ਥੱਲੇ ਵਾਲਾ ਸਿਸਟਮ ਮੇਰੇ ਖਿਆਲ 'ਚ ਆਪਣੇ ਆਪ ਹੀ ਸਿੱਧਾ ਹੋ ਜਾਏਗਾ। ਤੁਹਾਨੂੰ ਲੱਗਦਾ ਵੀ ਲੀਡਰ ਆਉਣਗੇ ਫੇਰ ਹੀ ਹੋਊਗਾ? ਬਿਲਕੁਲ। ਹੁਣ ਜੇ ਪੋਲਿਟਿਕਸ ਨੂੰ ਆਪਾਂ ਸਹੀ ਰਾਹਾਂ ਤੇ, ਜੇ ਮੈਂ ਕਹਾਂ ਐਜ਼ ਅ ਡਾਕਟਰ ਵੀ ਆਪਾਂ ਡਾਕਟਰੀ ਕਿੱਤੇ ਨੂੰ ਮਹਾਨ ਕਿੱਤਾ ਸਮਝਦੇ ਹਾਂ, ਤਾਂ ਪੋਲਿਟਿਕਸ ਵੀ ਇੱਕ ਮਹਾਨ ਜੇ ਆਪਾਂ ਕਿੱਤਾ ਬਣਾਉਣਾ ਤਾਂ ਉਹਦੇ ਵਿੱਚ ਇਮਾਨਦਾਰ ਲੋਕ ਆਉਣਗੇ ਤਾਂ ਹੀ ਬਦਲਿਆ ਜਾਊਗਾ। ਚਲੋ ਕਰਪਸ਼ਨ ਤੇ ਆਪਾਂ ਗੱਲਬਾਤ ਇਸ ਤਰ੍ਹਾਂ ਜਾਰੀ ਰੱਖਾਂਗੇ। ਪਹਿਲਾਂ ਡਾਕਟਰ ਬਲਜੀਤ ਕੌਰ ਹੈ ਕਿ ਥੋੜੀ ਜਾਣਕਾਰੀ, ਕਿਉਂਕਿ ਤੁਹਾਡੇ ਆ ਕਿ ਤੁਸੀਂ ਇਹ ਸਮਝੋ ਇਕੱਲਾ ਮਲੋਟ ਨਹੀਂ, ਪੂਰੇ ਪੰਜਾਬ ਦੇ ਵੋਟਰ ਬੈਠੇ ਨੇ। ਦੇਖੋ ਜੇ ਮੈਂ ਗੱਲ ਕਰਾਂ ਤਾਂ ਮੈਂ ਪ੍ਰੋਫੈਸਰ ਸਾਧੂ ਸਿੰਘ ਜਿਹੜੇ ਆਮ ਆਦਮੀ ਪਾਰਟੀ ਤੋਂ MP ਰਹੇ ਆ ਜੀ, ਫਰੀਦਕੋਟ ਤੋਂ, ਉਹਨਾਂ ਦੀ ਮੈਂ ਬੇਟੀ ਹਾਂ। ਇੱਕ ਸਧਾਰਨ ਪਰਿਵਾਰ ਚੋਂ, ਜਿਵੇਂ ਮੇਰੇ ਫਾਦਰ ਸਾਹਿਬ ਆਏ ਸੀਗੇ, ਕਹਿ ਦੋ ਕਿ ਅਸੀਂ ਮਜ਼ਦੂਰੀ ਦੇ ਕਿੱਤੇ ਚੋਂ ਆਏ ਹੋਇਆ ਸਾਡਾ ਪਰਿਵਾਰ ਹੈ।
ਤੇ ਉਸ ਤੋਂ ਬਾਅਦ ਮੇਰੇ ਹਸਬੰਡ ਨੇ ਜਿਹੜੇ ਉਹ ਐਕਸਿਨ ਨੇ ਬਿਜਲੀ ਬੋਰਡ ਦੇ ਵਿੱਚ। ਮੇਰੀਆਂ 2 ਬੇਟੀਆਂ ਨੇ। ਮੇਰੇ ਜਿਹੜੇ ਇਨ-ਲॉज ਉਹ ਸਾਰੇ ਇੰਜੀਨੀਅਰਸ ਦੀ ਫੈਮਿਲੀ ਆ। ਅੱਛਾ, ਹਾਂ, ਤੇ ਮੈਂ ਇਕੱਲੀ ਹੋਈ ਡਾਕਟਰ। ਮਤਲਬ ਕੁੱਲ ਮਿਲਾ ਕੇ ਪੜ੍ਹੀ ਲਿਖੀ ਫੈਮਿਲੀ ਆ ਸਾਰੀ। ਪੜ੍ਹੀ ਲਿਖੀ ਫੈਮਿਲੀ ਤੇ ਪੜ੍ਹੀ ਲਿਖੀ ਫੈਮਿਲੀ ਨੇ ਅਲਾਉ ਕਰਤਾ ਵੀ ਵਾਕਈ ਯਾਰ ਜਾਓ, ਮਤਲਬ ਕਿ ਫਾਦਰ ਸਾਹਿਬ ਦਾ ਜ਼ਿਆਦਾ ਪ੍ਰੈਸ਼ਰ ਇੰਨਾ ਸੀਗਾ? ਸੌਖਾ ਹੀ ਨਹੀਂ ਹੁੰਦੇ ਇਹੋ ਜਿਹੇ ਡਿਸੀਜਨ ਲੈਣੇ। ਮਤਲਬ ਮੈਂ ਸੱਚੀ ਪੁੱਛੋ ਤਾਂ ਮੈਂ ਇਸ ਚੀਜ਼ ਤੋਂ ਬਹੁਤ ਦੂਰ ਰਹਿਣਾ ਚਾਹੁੰਦੀ ਸੀ। ਮਤਲਬ ਪੋਲਿਟਿਕਸ ਜਿਸ ਤਰ੍ਹਾਂ ਦਾ ਆਪਾਂ ਨੂੰ ਕਹਿੰਦੇ ਨਾ ਪੋਲਿਟਿਕਸ ਇਜ਼ ਅ ਡਰਟੀ ਗੇਮ, ਤਾਂ ਉਵੇਂ ਦਾ ਸਾਡੇ ਵੀ ਦਿਮਾਗ ਸੀ। ਪਰ ਜਿਵੇਂ ਹੌਲੀ ਹੌਲੀ ਮਤਲਬ ਲੋਕ ਜਿਵੇਂ ਆ ਕੇ ਕਹਿੰਦੇ ਵੀ ਤੁਸੀਂ ਬਦਲੋ, ਤੁਸੀਂ ਆਓ ਜੀ, ਤੁਸੀਂ ਬਦਲ ਸਕਦੇ ਹੋ, ਤੁਸੀਂ ਆਓ ਜੀ, ਤਾਂ ਮੈਨੂੰ ਲੱਗਣ ਲੱਗ ਗਿਆ, ਮਤਲਬ ਮੈਨੂੰ ਥੋੜਾ ਥੋੜਾ ਲੱਗ ਰਿਹਾ ਸੀਗਾ ਵੀ ਜੇ ਆਪਾਂ ਕੋਸ਼ਿਸ਼ ਕਰਾਂਗੇ ਤਾਂ ਵਾਕਈ ਸਿਸਟਮ ਚੇਂਜ ਹੋ ਸਕਦਾ, ਕਿਉਂ ਨਹੀਂ ਹੋ ਸਕਦਾ। ਬਾਕੀ ਫੈਮਿਲੀ ਮੇਰੀ ਕੋਆਪਰੇਟਿਵ ਹੈ, ਕੋਈ ਇਸ ਤਰ੍ਹਾਂ ਨਹੀਂ ਹੈ ਕਿ ਨਹੀਂ, ਕਿਉਂਕਿ ਔਰਤ ਲਈ 2 ਲੜਾਈਆਂ ਹੁੰਦੀਆਂ। ਮੈਂ ਅਕਸਰ ਹਮੇਸ਼ਾ ਗੱਲ ਕੀਤਾ, ਚਾਹੇ ਉਹ ਕਿਸਾਨੀ ਅੰਦੋਲਨ ਸੀ, ਉੱਥੇ ਅਸੀਂ ਇੱਕ ਪੂਰਾ ਔਰਤਾਂ ਤੇ ਅੰਦੋਲਨ ਦਾ ਇੱਕ ਸੀਰੀਜ਼ ਬਣਾਈ ਸੀਗੀ। ਉਹਦੇ ਵਿੱਚ ਕੀ ਸੀ, ਔਰਤਾਂ ਦੀਆਂ 2 ਲੜਾਈਆਂ ਸੀ। ਇੱਕ ਤਾਂ ਉਹ ਲੜਾਈ ਜਿਹੜੀ ਪੂਰਾ ਪੰਜਾਬ ਜਾਂ ਪੂਰਾ ਦੇਸ਼ ਲੜ ਰਿਹਾ ਸੀ ਉੱਥੇ। ਇੱਕ ਔਰਤਾਂ ਦੀ ਆਪਦੀ ਨਿੱਜੀ ਜ਼ਿੰਦਗੀ ਹੁੰਦੀ ਆ, ਜੋ ਸ਼ਾਇਦ ਉਹ ਉਸ ਦਾ ਘਰ ਵਾਲਾ ਹੀ ਸਿਰਫ ਸਮਝ ਸਕਦਾ ਹੁੰਦਾ, ਉਹਨੇ ਬਾਕੀਆਂ ਤੋਂ ਲੁਕਾਉਣੀ ਹੁੰਦੀ ਆ। ਸੋ ਇੱਥੇ ਬਤੌਰ ਪੋਲੀਟੀਸ਼ੀਅਨ ਵੈਸੇ ਤਾਂ ਬੀਬੀਆਂ ਨੂੰ, ਔਰਤਾਂ ਨੂੰ ਹਰ ਵਰਗ ਤੇ ਪਰਖਿਆ ਜਾਂਦਾ ਹੈ, ਹਰ ਪੌੜੀ ਤੇ ਪਰਖਿਆ ਜਾਂਦਾ ਹੈ। ਬਤੌਰ ਪੋਲੀਟੀਸ਼ੀਅਨ ਵੀ ਤੁਹਾਨੂੰ ਬਹੁਤ ਪਰਖਿਆ ਜਾਊਗਾ। ਤੁਹਾਡੇ ਕਿਰਦਾਰ ਤੇ ਉਂਗਲਾਂ ਉੱਠਣਗੀਆਂ, ਤੁਹਾਡੀ ਨਿੱਜੀ ਜ਼ਿੰਦਗੀ 'ਚ ਉਂਗਲਾਂ ਉੱਠਣਗੀਆਂ। ਇੱਕ ਡਾਕਟਰੀ ਪੇਸ਼ਾ ਔਰਤ ਜਿਹਦਾ ਸ਼ਾਇਦ ਜ਼ਿੰਦਗੀ ਹੁਣ ਤੱਕ ਕਲੀਨ ਰਹੀ ਹੋਵੇ, ਐਡਾ ਵੱਡਾ ਫੈਸਲਾ ਲੈਣਾ ਬਹੁਤ ਵੱਡੀ ਚੁਣੌਤੀ ਹੈ। ਹਾਂ, ਵੱਡੀ ਚੁਣੌਤੀ ਤਾਂ ਹੈ। ਪਰ ਮੈਨੂੰ ਮਤਲਬ ਜੋ ਮੇਰਾ ਆਪਣਾ ਜਿਵੇਂ ਕਹਿ ਲਓ ਕਿ ਕੌਨਫੀਡੈਂਸ ਕਹਿ ਲਓ ਦੀ, ਮੈਨੂੰ ਇਹ ਲੱਗਦਾ ਕਿ ਜੇ ਮੈਂ ਸਹੀ ਆਪਣੀ ਜਗ੍ਹਾ ਤੇ, ਜੇ ਮੈਂ ਸਹੀ ਕੰਮ ਕਰਾਂਗੀ ਤਾਂ ਲੋਕ ਗਲਤ ਬੋਲਦੇ ਹੋਣਗੇ। ਕੋਈ ਵੀ ਆਪਣੇ ਪਰਸਨਲੀ ਮਤਲਬ ਮੈਟਰ ਨੂੰ ਸਾਹਮਣੇ ਰੱਖ ਕੇ ਵਿਰੋਧੀ ਪਾਰਟੀਆਂ ਉਲਟ ਬੋਲਣਗੀਆਂ, ਜੇ ਤੁਹਾਡਾ ਮਤਲਬ ਇਹੀ ਹੈ ਨਾ ਕਹਿਣ ਦਾ। ਪਰ ਲੋਕਾਂ ਦੇ ਸਾਹਮਣੇ ਸਭ ਕੁਝ ਹੁੰਦਾ। ਮਤਲਬ ਮੈਨੂੰ ਨਹੀਂ ਲੱਗਦਾ ਕਿ ਉਹ ਲੋਕ ਮਤਲਬ ਬਿਨਾਂ ਕਿਸੇ ਗੱਲ ਤੋਂ ਹੀ ਮੈਨੂੰ ਤੇ ਦੋਸ਼ ਲਾਉਣਗੇ। ਤੇ ਬਾਕੀ ਜੇ ਆਪਾਂ ਸੋਚੀਏ ਵੀ ਸਿਆਸਤ ਵਿੱਚ ਇਹ ਸਾਰਾ ਕੁਝ ਹੁੰਦਾ ਹੀ ਆਇਆ, ਤਾਂ ਕੁਝ ਚੀਜ਼ਾਂ ਅੱਖੋਂ ਪਰੋਖੇ ਵੀ ਕਰਨੀਆਂ ਪੈਂਦੀਆਂ। ਬਾਕੀ ਔਰਤਾਂ ਨੂੰ ਮਜ਼ਬੂਤ ਹੋਣਾ ਹੀ ਪਏਗਾ। ਮਜ਼ਬੂਤ ਹੋਣਾ ਪਏਗਾ। ਐਤਕੀ ਔਰਤਾਂ ਦੇ ਵੈਸੇ ਜ਼ੋਰ ਬਹੁਤ ਲੱਗ ਰਿਹਾ। ਔਰਤਾਂ ਨੂੰ ਕੋਈ 1000 ਰੁਪਏ ਦਾ ਐਲਾਨ ਕਰ ਗਿਆ, ਦਿੱਲੀੋਂ ਆ ਕੇ ਗਰੰਟੀ ਦੇ ਗਿਆ। ਕੋਈ 2000 ਦਾ ਕਰਦਾ ਹੈ, ਕੋਈ ਕਹਿੰਦਾ ਜਿਹੜੇ ਪੈਨਸ਼ਨ ਧਾਰਕ ਉਹ ਮੁਖੀ ਆ ਉਹਨੂੰ 2000 ਦੇਵਾਂਗੇ, ਸਕੂਟਰੀ ਵੀ ਦੇਵਾਂਗੇ। ਇਹ ਐਲਾਨ ਕਿਵੇਂ ਦੇ ਲੱਗਦੇ ਆ ਤੁਹਾਨੂੰ? 1000 ਰੁਪਇਆ ਤੁਹਾਨੂੰ ਜੇ ਆਵੇ, ਸਵੀਕਾਰ ਕਰੋਗੇ? 2000 ਆਵੇ, 1000 ਆਵੇ? ਹਾਂ, ਨਹੀਂ ਉਹਦੇ 'ਚ ਆਪਾਂ ਜਿਵੇਂ ਬਹੁਤੇ ਲੋਕ ਕਹਿ ਦਿੰਦੇ ਆ ਵੀ ਦੇਖੋ ਜੀ ਅਸੀਂ ਕਿਹੜਾ ਕੋਈ ਭਿਖਾਰੀ ਆ ਵੀ ਸਾਨੂੰ 1000 ਰੁਪਏ ਆਇਆ। ਪਰ ਆਪਾਂ ਸਾਰੇ ਵਰਗ ਦੇ ਲੋਕਾਂ ਨੂੰ ਸਾਹਮਣੇ ਰੱਖ ਕੇ ਦੇਖੀਏ, ਇੱਕ ਗਰੀਬ ਬੇਟੀ ਨੂੰ ਜੇਕਰ 1000 ਰੁਪਈਆ ਮਹੀਨਾ ਮਿਲਦਾ ਤਾਂ ਉਹ ਕਮ ਸੇ ਕਮ ਆਪਣੀਆਂ ਕਿਤਾਬਾਂ ਤਾਂ ਲੈ ਸਕਦੀ ਹੈ, ਆਪਣੀਆਂ ਜ਼ਰੂਰਤ ਦੀਆਂ ਚੀਜ਼ਾਂ। ਫਰੀ ਕਿਉਂ ਨਹੀਂ ਕਿਤਾਬਾਂ? ਜਿਹਨੇ ਪੜ੍ਹਨਾ ਹੈ ਉਹਨੂੰ ਇਹੋ ਜਿਹਾ ਕੋਈ ਸਿਸਟਮ ਕਿਉਂ ਨਹੀਂ ਕਿ ਉਹਨੂੰ ਕਿਤਾਬਾਂ ਬਿਨਾਂ 1000 ਰੁਪਈਏ ਤੋਂ ਹੀ ਮਿਲ ਜਾਣ? ਨਹੀਂ, ਉਹ ਸਿਸਟਮ ਤਾਂ ਹੈ ਹੀ। ਆਪਾਂ ਇਹ ਗੱਲ ਵੀ ਕਰਦੇ ਹਾਂ ਵੀ ਜਿਹੜੇ ਸਕੂਲ ਹੈ ਉਹਨਾਂ ਦਾ ਸਿਸਟਮ ਇੰਨਾ ਵਧੀਆ ਵੀ ਇੱਕ ਗਰੀਬ ਤੇ ਅਮੀਰ ਦਾ ਬੱਚਾ ਇੱਕੋ ਸਕੂਲ 'ਚ ਪੜ੍ਹੇ ਤੇ ਉਹਨੂੰ ਵਧੀਆ ਸਿੱਖਿਆ ਸਰਕਾਰੀ ਸਕੂਲ 'ਚੋਂ ਹੀ ਮਿਲੇ। ਬਾਕੀ ਜੇ ਆਪਾਂ ਕਹੀਏ ਵੀ ਇਹ ਫ੍ਰੀ ਕਿਉਂ, ਮੈਂ ਨਹੀਂ ਸਮਝਦੀ ਕਿ ਇਹ ਕੋਈ ਫ੍ਰੀ ਦਾਨ ਹੈ। ਲੋਕਾਂ ਦਾ ਹੱਕ ਹੈ, ਲੋਕਾਂ ਨੂੰ ਮਿਲਣਾ ਚਾਹੀਦਾ ਕੁਛ ਨਾ ਕੁਛ। ਸਰਕਾਰਾਂ ਨੂੰ ਉਹਨਾਂ ਮਤਲਬ ਕੈਟਾਗਰੀਜ਼ ਲਈ ਕਰਨਾ ਚਾਹੀਦਾ ਜਿਹੜੇ ਕੁਛ ਕਾਰਨਾਂ ਕਰਕੇ ਪਿੱਛੇ ਰਹਿ ਜਾਂਦੀਆਂ ਨੇ, ਭਾਵੇਂ ਉਹ ਔਰਤਾਂ ਹੋਣ, ਭਾਵੇਂ ਉਹ ਗਰੀਬ ਵਰਗ ਹੈ। ਇਹ ਤਾਂ ਸਰਕਾਰਾਂ ਦੇ ਫਰਜ਼ ਬਣਦੇ ਆ। ਸਰਕਾਰਾਂ ਦੇ ਫਰਜ਼ ਵੋਟਾਂ ਤੋਂ ਪਹਿਲਾਂ ਐਲਾਨ ਕਰਨੇ ਬਣਦੇ ਨੇ। ਜੇ ਅਸੀਂ ਇਹ ਗੱਲ ਕਹਿ ਦਈਏ ਕਿ ਕੋਈ ਮੌਕੇ ਤੇ ਇਸ ਮਹੀਨੇ ਦੌਰਾਨ ਪੈਸੇ ਵੰਡਦਾ, ਬਾਅਦ ਚੋਂ 5 ਸਾਲ ਨਾ ਦੇਵੇ, ਤੇ ਜੇ ਐਤਕੀ ਐਲਾਨ ਕਰਕੇ ਬਾਅਦ ਚੋਂ 5 ਸਾਲ ਨਾ ਦੇਵੇ, ਤਾਂ ਦੋਵੇਂ ਚੀਜ਼ਾਂ ਹੈ ਤਾਂ ਰਿਸ਼ਵਤ ਹੀ ਨਾ। ਨਹੀਂ, ਬਾਅਦ ਚੋਂ ਨਾ ਦੇਵੇ ਵਾਲੀ ਗੱਲ ਹੋ ਸਕਦਾ ਤੁਸੀਂ ਬਾਕੀ ਰਿਵਾਇਤੀ ਪਾਰਟੀਆਂ ਦੇ ਤਜਰਬਿਆਂ ਦੀ ਗੱਲ ਕਰ ਰਹੇ ਹੋ, ਪਰ ਅਸੀਂ ਆਮ ਆਦਮੀ ਪਾਰਟੀ ਤਜਰਬਾ ਬਹੁਤ ਹੈ। ਉਹਨੇ 2017 ਦੇ ਇਲੈਕਸ਼ਨ ਲੜੇ ਆ, 2 ਵਾਰੀ ਮੁੱਖ ਮੰਤਰੀ ਬਣ ਚੁੱਕੇ ਨੇ, ਦਿੱਲੀ 'ਚ 2 ਵਾਰੀ ਇਲੈਕਸ਼ਨ ਦੇਖ ਲਏ। ਹਾਂ, ਪਰ ਉਹ ਜੋ ਉਹਨਾਂ ਨੇ ਕਿਹਾ ਉਹ ਕੀਤਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਨਹੀਂ, ਮੈਂ ਬਤੌਰ ਇੱਕ ਚੀਜ਼ ਦੇਖੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਵੀ 1000 ਰੁਪਏ ਤੋਂ ਜ਼ਿਆਦਾ ਔਰਤਾਂ 'ਚ ਇੰਨੀ ਸਮਰੱਥਾ ਜਾ ਗਈ ਆ? ਡਾਕਟਰ ਬਲਜੀਤ ਮੇਰੇ ਸਾਹਮਣੇ ਬੈਠੇ ਨੇ, ਡਾਕਟਰ ਨੇ। ਪੰਜਾਬ ਦੀ ਹਰ ਕੁੜੀ ਘੱਟੋ ਘੱਟ 15 ਤੋਂ 20 ਹਜ਼ਾਰ ਤੱਕ ਕਮਾ ਹੀ ਸਕਦੀ ਹੈ ਨਾ ਆਪਦੇ ਆਪ 'ਚ। ਹਾਂ, ਪਰ ਕਮਾ ਨਹੀਂ ਨਾ ਰਹੀ, ਉਹ ਤਾਂ ਆਪਣੇ ਸਾਹਮਣੇ ਹੀ ਹੈ ਸਿਸਟਮ। ਕੁੜੀਆਂ ਤਾਂ ਜਿਵੇਂ ਕਹਿ ਲਓ ਕਿ ਪੋਸਟ ਗ੍ਰੈਜੂਏਟ ਹੋ ਕੇ ਵੀ ਆਪਣੇ ਹੱਕ ਮੰਗ ਰਹੀਆਂ ਨੇ, ਪੁਲਿਸ ਤੋਂ ਕੁੱਟਾਂ ਖਾ ਰਹੀਆਂ ਨੇ। ਮਿਲ ਨਹੀਂ ਨਾ ਰਿਹਾ ਕੁਛ ਸਰਕਾਰਾਂ ਤੋਂ, ਨੌਕਰੀਆਂ ਵੀ ਨਹੀਂ ਮਿਲ ਰਹੀਆਂ। ਸਿਆਸਤ 'ਚ ਆਉਣ ਤੋਂ ਪਹਿਲਾਂ ਕਦੇ ਜਿਹੜੀਆਂ ਇਹ ਚੀਜ਼ਾਂ ਧਰਨੇ
ਹਾਲਾਂਕਿ ਡਾਕਟਰ ਵੀ ਮੈਂ ਸੁਣਿਆ ਬੜੇ ਧਰਨੇ ਲਾਉਂਦੇ ਰਹੇ ਆ, ਐਤਕੀ ਵੀ ਹੜਤਾਲ ਚੱਲੀ ਜਾਂਦੀ ਹੈ ਡਾਕਟਰਾਂ ਦੀ ਕੁਛ ਕੁ। ਹਾਂ, ਡਾਕਟਰਾਂ ਦੀ ਹੜਤਾਲ ਹੁਣੇ ਪਿੱਛੇ ਜੇ ਜਦੋਂ ਨੌਕਰੀ ਛੱਡਣ ਤੋਂ ਪਹਿਲਾਂ ਅਸੀਂ ਆਪਣੇ ਹੱਕਾਂ ਲਈ ਧਰਨੇ ਲਾਏ ਸੀ, ਸਾਡਾ ਐਨਪੀਏ ਘਟਾ ਦਿੱਤਾ ਸੀ, ਤਾਂ ਉਦੋਂ ਮੈਨੂੰ ਇਹਨਾਂ ਨੇ ਮਤਲਬ ਡਾਕਟਰਸ ਨੇ ਇਕੱਠੇ ਹੋ ਕੇ ਮੈਨੂੰ ਅੱਗੇ ਪ੍ਰੈਜ਼ੀਡੈਂਟ ਬਣਾਤਾ ਸੀ ਵੀ ਤੁਸੀਂ ਅੱਗੇ ਆ ਕੇ ਬੋਲੋ। ਤਾਂ ਫਿਰ ਮੈਨੂੰ ਲੱਗਿਆ ਸੀ ਵੀ ਵਾਕਈ ਵੀ ਹੱਕ ਹੀ ਨਹੀਂ ਮਿਲਦੇ, ਲੜਨਾ ਪੈਂਦਾ। ਤੇ ਫਿਰ ਉਹ ਸਿਆਸਤ ਵਾਲਾ ਰਾਹ ਸਹੀ ਆ, ਉਵੇਂ ਹੀ ਲੜੋਗੇ? ਨਹੀਂ, ਸਿਆਸਤ 'ਚ ਆ ਕੇ ਜੇ ਕੁਝ ਮਿਲ ਸਕਦਾ ਸਿਆਸਤ 'ਚ ਆ ਕੇ ਤਾਂ ਉਵੇਂ ਵੀ ਲੜਾਂਗੇ। ਤੁਹਾਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਸਰਕਾਰ ਬਣਾ ਜਾਏਗੀ ਪੰਜਾਬ 'ਚ? ਜ਼ਰੂਰ ਬਣਾਏਗੀ, ਲੋਕ ਸਾਡੇ ਨਾਲ ਨੇ। ਮਲੋਟ ਹਲਕੇ ਦੀ ਗੱਲ ਕਰ ਲਈਏ, ਮਲੋਟ ਹਲਕਾ ਅਕਾਲੀਆਂ ਦਾ ਗੜ ਮੰਨਿਆ ਜਾਂਦਾ। ਬੇਸ਼ੱਕ ਪਿਛਲੀ ਵਾਰੀ ਹਰਪ੍ਰੀਤ ਜਿਹੜੇ ਮਲੋਟ ਤੋਂ ਸਾਬਕਾ ਐਮਐਲਏ ਨੇ ਉਹ ਕਿਤੋਂ ਹੋਰ ਜਾ ਕੇ ਲੜਦੇ ਨੇ, ਤੇ ਇਹ ਮੰਨਿਆ ਜਾਂਦਾ ਹੈ ਵੀ ਕਾਂਗਰਸ ਤਾਂ ਜਿੱਤ ਗਈ। 38,000 ਵੋਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪਈ ਸੀ, ਐਤਕੀ ਕੀ ਉਮੀਦ ਕਰਦੇ? ਦੇਖੋ, ਭਾਵੇਂ ਅਕਾਲੀਆਂ ਦਾ ਗੜ ਹੋਵੇ, ਮੈਨੂੰ ਨਹੀਂ ਲੱਗਦਾ ਇਹਨਾਂ ਗੱਲਾਂ ਤੋਂ ਡਰਨ ਦੀ ਲੋੜ ਹੈ। ਸਾਨੂੰ ਤਾਂ ਲੋਕਾਂ ਤੋਂ ਡਰਨ ਦੀ ਲੋੜ ਹੈ ਵੀ ਕਿਤੇ ਲੋਕ ਸਾਡੇ 'ਚ ਵਿਸ਼ਵਾਸ ਤਾਂ ਨਹੀਂ ਘਟਾ ਦੇਣਗੇ। ਅਸੀਂ ਤਾਂ ਜੇ ਲੋਕ ਸਾਡੇ ਨਾਲ ਨੇ ਤਾਂ ਅਸੀਂ ਪੱਕਾ ਜਿੱਤ ਕੇ ਜਾਵਾਂਗੇ ਮਲੋਟ 'ਚੋਂ। ਅਕਾਲੀ ਦਾ ਗੜ ਹੋਵੇ ਜਾਂ ਕਾਂਗਰਸ ਦਾ ਗੜ ਹੋਵੇ। ਨਹੀਂ, ਦੇਖੋ 17-18 ਕਿਲੋਮੀਟਰ ਤੋਂ ਉਹ ਦਰਖਤ ਲੱਗਿਆ ਹੋਇਆ ਆ ਬਾਦਲਾਂ ਦਾ, ਜਿਹਦੀ ਛਾਂ ਮਲੋਟ ਤੇ ਬੜੀ ਵਧੀਆ ਪੈਂਦੀ ਆ। ਇਹ ਤਾਂ ਹੁਣ ਲੋਕ ਹੀ ਦੱਸ ਸਕਦੇ ਨਾ ਵੀ ਇੱਥੇ ਛਾਂ ਪੈਂਦੀ ਹੈ ਕਿ ਹੋਰ ਕੋਈ ਸਿਸਟਮ ਹੈ। ਬਾਕੀ ਲੋਕ ਸਾਡੇ ਨਾਲੋਂ ਜ਼ਿਆਦਾ ਸਿਆਣੇ ਨੇ। ਤੁਸੀਂ ਲੋਕਾਂ ਦੀ ਗੱਲ ਕਰਦੇ ਹੋ ਵੀ ਲੋਕ ਵਿਸ਼ਵਾਸ ਕਰਨਗੇ, ਫੇਰ ਆਮ ਆਦਮੀ ਪਾਰਟੀ ਤੇ ਇਲਜ਼ਾਮ ਲੱਗਿਆ ਕਿ ਤਕਰੀਬਨ 30 ਤੋਂ 35 ਸੀਟਾਂ ਐਤਕੀ ਪੈਸਿਆਂ ਦੇ ਜ਼ੋਰ ਤੇ ਲੈ ਕੇ ਆਮ ਆਦਮੀ ਨੂੰ ਮਿਲੀਆਂ, ਚੰਗੇ ਘਰਾਂ ਨੂੰ ਦਿੱਤੀਆਂ ਗਈਆਂ। ਦੇਖੋ, ਮੈਂ ਆਪਣੇ ਤਜਰਬੇ ਦੀ ਗੱਲ ਕਰਾਂ ਕਿ ਮੈਂ ਹੱਥ ਜੋੜ ਕੇ ਨਾ ਕਰਦੀ ਸੀ ਕਿ ਮੈਨੂੰ ਕੋਈ ਟਿਕਟ ਨਹੀਂ ਚਾਹੀਦੀ, ਤਾਂ ਕੇਜਰੀ ਸਾਹਿਬ ਵੱਲੋਂ ਇਹ ਕਹਿ ਲਓ ਕਿ ਰਿਕੁਐਸਟ ਕੀਤੀ ਗਈ ਕਿ ਸਾਨੂੰ ਇਮਾਨਦਾਰ ਲੋਕਾਂ ਦੀ ਲੋੜ ਹੈ। ਰਿਕਮੈਂਡੇਸ਼ਨ ਕਿਹਦੀ ਸੀ? ਰਿਕਮੈਂਡ ਕਿਹਨੇ ਕੀਤਾ? ਲੋਕਾਂ ਨੇ, ਕਿਉਂਕਿ ਇਸ ਤੋਂ ਪਹਿਲਾਂ ਇੱਥੇ ਇੱਕ ਸਰਵੇ ਚੱਲ ਰਿਹਾ ਸੀ ਜਿਹਦੀ ਮੈਨੂੰ ਬਿਲਕੁਲ ਨੌਲੇਜ ਨਹੀਂ ਸੀ। ਉਹਦੇ 'ਚ ਮੇਰਾ ਨਾਂ ਸੀ ਔਰ ਲੋਕ ਮੈਨੂੰ ਆ ਕੇ ਕਹਿੰਦੇ ਸੀ ਤੁਸੀਂ ਮਤਲਬ ਇਲੈਕਸ਼ਨ ਲੜਨੀ ਹੈ, ਤਾਂ ਮੈਨੂੰ ਮਤਲਬ ਬਿਲਕੁਲ ਮੈਂ ਅਵੇਅਰ ਨਹੀਂ ਸੀ। ਤਾਂ ਮੈਂ ਕਿਹਾ ਇਹੋ ਜਿਹੀ ਕੋਈ ਗੱਲ ਨਹੀਂ। ਫਿਰ ਉਹਨਾਂ ਨੇ ਮੈਨੂੰ ਇਹੋ ਰਿਕਾਰਡਿੰਗ ਸੁਣਾਈਆਂ, ਦੇਖੋ ਜੀ ਸਾਨੂੰ ਇਹ ਪੁੱਛਦੇ ਆ। ਅੱਛਾ, ਤੁਸੀਂ ਕਹਿ ਰਹੇ ਹੋ ਵੀ ਪਾਰਟੀ 'ਚੋਂ ਕਿਸੇ ਦੀ ਰਿਕਮੈਂਡੇਸ਼ਨ ਹੈ ਨਹੀਂ ਸੀਗੀ? ਨਹੀਂ, ਮੈਨੂੰ ਨਹੀਂ, ਮੇਰੇ ਨੌਲੇਜ 'ਚ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ। ਕੇਜਰੀਵਾਲ ਮਤਲਬ ਸਰਵੇ ਦੇ ਆਧਾਰ ਤੇ ਉਹਨਾਂ ਕਦੇ ਮੁਲਾਕਾਤ ਹੋਈ ਅਰਵਿੰਦ ਕੇਜਰੀਵਾਲ ਨਾਲ? ਹਾਂਜੀ, ਹੋਈ ਸੀ। ਮਤਲਬ ਏਦਾਂ ਪਰਸਨਲ ਟਿਕਟ ਤੋਂ ਪਹਿਲਾਂ, ਐਲਾਨ ਤੋਂ ਪਹਿਲਾਂ? ਹਾਂ, ਬਹੁਤ ਪਹਿਲਾਂ, ਜਦੋਂ ਮੇਰੇ ਫਾਦਰ ਸਾਹਿਬ ਐਮਪੀ ਸੀਗੇ ਨਾ, ਬਹੁਤ ਪਹਿਲਾਂ 4-5 ਸਾਲ ਪਹਿਲਾਂ ਉਹਨਾਂ ਨਾਲ ਮੁਲਾਕਾਤ ਹੋਈ ਸੀ। ਜਦੋਂ ਅਸੀਂ ਮਤਲਬ 5 ਮਿੰਟ ਖੜ ਕੇ ਮੈਂ ਉਹਨਾਂ ਨਾਲ ਗੱਲ ਕੀਤੀ ਸੀ ਕਿ ਇਸ ਤਰ੍ਹਾਂ ਸਾਡਾ ਹੈਲਥ ਸਿਸਟਮ ਹੈ ਤਾਂ ਚੱਲਦੇ। ਅੱਛਾ, ਪਰ ਉਹਨਾਂ ਨੇ ਮਤਲਬ ਉਦੋਂ ਹੀ ਉਹ ਨਜ਼ਰ ਜਿਹੜੀ ਕਿ ਪਾਰਖੂ ਕਰ ਲਈ ਸ਼ਾਇਦ। ਮੈਨੂੰ ਇਹ ਤਾਂ ਮੈਂ ਨਹੀਂ ਕਹਿ ਸਕਦੀ। ਤੁਸੀਂ ਨਾ ਹਰੇਕ ਸਵਾਲ ਤੋਂ ਬਚਦੇ ਹੀ ਨਾ ਰਹੋ। ਦੇਖੋ, ਜਿਹੜੀ ਚੀਜ਼ ਮੈਨੂੰ ਕਨਫਰਮ ਹੈ ਨਾ, ਮੈਂ ਉਹੀ ਬੋਲਾਂਗੀ। ਬਾਕੀ ਮੈਂ ਆਪਣੇ ਮਨੋਂ ਜੋੜ ਕੇ ਤਾਂ ਕੁਝ ਬੋਲ ਨਹੀਂ ਸਕਦੀ, ਹੈ ਨਾ। ਅੱਛਾ, ਪਰਿਵਾਰਵਾਦ 'ਚ ਜਿਸ ਤਰੀਕੇ ਦਾ ਜ਼ੋਰ ਚੱਲਦਾ ਆ ਪਾਰਟੀਆਂ ਦਾ, ਤੁਹਾਡੀ ਪਾਰਟੀ ਵੱਲੋਂ ਦੋਸ਼ ਲਾਇਆ ਜਾਂਦਾ ਕਿ ਪਰਿਵਾਰਵਾਦ ਨੇ, ਅਕਾਲੀ ਦਲ ਨੂੰ ਇੱਕ ਪਰਿਵਾਰ ਚਲਾਉਂਦਾ ਹੈ, ਕਾਂਗਰਸ ਨੂੰ ਇੱਕ ਪਰਿਵਾਰ, 2 ਪਰਿਵਾਰ ਚਲਾਉਂਦੇ ਨੇ, ਬੀਜੇਪੀ ਨੂੰ ਵੀ 2 ਜਾਣੇ ਚਲਾਈ ਜਾਂਦੇ ਨੇ, ਇਦਾਂ ਦੇ ਦੋਸ਼ ਲੱਗਦੇ ਨੇ। ਕੀ ਲੱਗਦਾ ਹੈ, ਆਮ ਆਦਮੀ ਪਾਰਟੀ ਪਰਿਵਾਰਵਾਦ ਵਿੱਚ ਵਿਸ਼ਵਾਸ ਨਹੀਂ ਰੱਖਦੀ? ਨਹੀਂ, ਮੈਨੂੰ ਤਾਂ ਨਹੀਂ ਲੱਗਦਾ, ਕਿਉਂਕਿ ਪਰਿਵਾਰਵਾਦ, ਜੇ ਤੁਸੀਂ ਮੇਰੀ ਗੱਲ ਕਰਦੇ ਹੋ ਕਿ ਮੈਨੂੰ ਟਿਕਟ ਇਸ ਲਈ ਦਿੱਤੀ ਗਈ ਕਿ ਮੇਰੇ ਫਾਦਰ ਸਾਹਿਬ ਐਮਪੀ ਨੇ, ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਕਿਉਂਕਿ ਉਹ ਬਹੁਤ ਪਹਿਲਾਂ ਤੋਂ ਹੀ ਕਹਿੰਦੇ ਸੀ ਕਿ ਵੀ ਮੇਰੇ ਬੱਚੇ ਸਿਆਸਤ 'ਚ ਨਹੀਂ ਆਉਣਗੇ। ਇਹ ਡਾਕਟਰ ਬਲਜੀਤ ਕੌਰ ਆ ਗਏ। ਹਾਂ, ਮਤਲਬ ਸਾਨੂੰ ਕੋਈ ਇਹੋ, ਕਿਉਂਕਿ ਸਿਆਸਤ ਵਿੱਚ ਜਿਵੇਂ ਕਹਿ ਲਓ ਇਮਾਨਦਾਰ ਲੋਕਾਂ ਨੂੰ ਸਰਵਾਈਵ ਕਰਨਾ ਔਖਾ ਹੈ, ਤਾਂ ਉਹ ਇਸ ਚੀਜ਼ ਨੂੰ ਮੰਨਦੇ ਸੀ ਵੀ ਮੈਂ ਆਪਣੇ ਬੱਚਿਆਂ ਨੂੰ ਨਹੀਂ ਲੈ ਕੇ ਆਉਣਾ। ਤਾਂ ਪਰਿਵਾਰਵਾਦ ਮਤਲਬ ਅਸੀਂ ਇਸ ਚੀਜ਼ ਤੋਂ ਦੂਰ ਰਹਿਣਾ ਚਾਹੁੰਦੇ ਸੀ, ਪਰ ਫਿਰ ਵੀ ਉਹਨਾਂ ਨੇ ਜੇ ਮੈਨੂੰ ਸਿਲੈਕਟ ਕੀਤਾ ਤਾਂ ਇਹ ਪਰਿਵਾਰਵਾਦ ਕਰਕੇ ਨਹੀਂ ਕੀਤਾ। ਸਭ ਤੁਸੀਂ ਵਾਰ-ਵਾਰ ਆਮ ਆਦਮੀ ਪਾਰਟੀ ਇਮਾਨਦਾਰ ਦੀ ਗੱਲ ਕਰਦੀ ਆ, ਬੀਜੇਪੀ ਵਾਲੇ ਅਸੀਂ ਕਹਿੰਦੇ ਨੇ ਅਸੀਂ ਇਮਾਨਦਾਰ, ਠੀਕ ਹੈ, ਉਹ ਕਾਂਗਰਸ ਨੂੰ ਦੋਸ਼ੀ ਜਾਂ ਆਮ ਆਦਮੀ ਪਾਰਟੀ ਨੂੰ ਕਹਿ ਦਿੰਦੇ ਨੇ ਵੀ ਇਹਨਾਂ ਨੇ ਪ੍ਰਪੰਚ ਰਚੇ ਹੋਏ ਨੇ, ਅਕਾਲੀ ਦਲ ਕਹਿ ਦਿੰਦੇ ਆ ਅਸੀਂ ਇਮਾਨਦਾਰ ਹਰ ਕੋਈ ਆਪਦੇ ਆਪ ਨੂੰ ਕਹਿੰਦਾ, ਹਰ ਕੋਈ ਚਿੱਟੇ ਕੱਪੜੇ ਪਾ ਕੇ ਘੁੰਮਦਾ, ਹਰ ਕੋਈ ਕਹਿੰਦਾ ਵੀ ਮੇਰੇ ਜਿੰਨਾ ਬੇਦਾਗ ਕੋਈ ਨਹੀਂ ਹੈਗਾ। ਪਰ ਇਮਾਨਦਾਰ ਅਸਲ 'ਚ ਪੋਲਿਟਿਕਸ 'ਚ ਇਮਾਨਦਾਰ ਕੀ ਹੁੰਦਾ ਹੈ? ਪੋਲਿਟਿਕਸ 'ਚ ਇਮਾਨਦਾਰੀ ਦੀ ਗੱਲ ਕਰੀਏ ਤਾਂ ਮੇਰੇ ਹਿਸਾਬ ਨਾਲ ਉਹ ਪੋਲੀਟੀਸ਼ੀਅਨ ਇਮਾਨਦਾਰ ਹੈ ਜਿਹੜਾ ਆਪਣੇ ਲੋਕਾਂ ਨੂੰ ਉਹਦੇ ਬਣਦੇ ਹੱਕ ਦੇ ਰਿਹਾ। ਪਰ ਜਦੋਂ, ਜਿੰਨਾ ਕਿ ਮੇਰਾ ਤਜਰਬਾ ਹੈ, ਜਦੋਂ ਪੋਲੀਟੀਸ਼ੀਅਨ ਇਹਨਾਂ ਗੱਲਾਂ ਤੇ ਆ ਜਾਂਦੇ ਨੇ ਵੀ ਅਸੀਂ ਆਪਦੇ ਘਰ ਕਿਵੇਂ ਭਰਨੇ ਨੇ, ਤਾਂ ਉਦੋਂ ਹੀ ਲੋਕਾਂ ਨੂੰ ਉਹਨਾਂ ਦੀਆਂ ਸਹੂਲਤਾਂ ਨਹੀਂ ਮਿਲਣੀਆਂ। ਉਹ ਚੀਜ਼ਾਂ ਤੋਂ ਵਾਂਝੇ ਲੋਕ ਉਦੋਂ ਹੀ ਰਹਿੰਦੇ ਨੇ ਜਦੋਂ ਪੋਲੀਟੀਸ਼ੀਅਨ ਇਮਾਨਦਾਰ ਨਹੀਂ ਹੁੰਦੇ। ਇਹ ਤਾਂ ਕਨਫਰਮ ਹੀ ਹੈ। ਪਰ ਇਹਦੀ ਕੀ ਗਰੰਟੀ ਹੈ
ਇਸ ਚੀਜ਼ ਦੀ ਲੋਕ ਮੰਗਣਗੇ ਗਰੰਟੀ ਵੀ ਆਮ ਆਦਮੀ ਪਾਰਟੀ ਉਹ ਚੀਜ਼ਾਂ ਨਹੀਂ ਕਰੂਗੀ ਜੋ ਬਾਕੀ ਪਾਰਟੀਆਂ ਕਰਦੀਆਂ ਆਈਆਂ ਨੇ ਜਾਂ ਸਾਰੇ ਉਹਨਾਂ ਦੇ ਉਮੀਦਵਾਰ? ਇਹਦੀ ਗਰੰਟੀ ਇਹ ਹੈ ਜੀ ਵੀ ਦੇਖੋ ਫਿਰ ਤੁਸੀਂ ਕਹੋਗੇ ਕਿ ਦਿੱਲੀ ਮਾਡਲ ਦੀ ਗੱਲ ਕਰਦੇ ਹੋ ਤਾਂ ਕੇਜਰੀਵਾਲ ਸਾਹਿਬ ਨੇ ਦੇਖੋ ਪਹਿਲਾਂ ਵੀ ਜਿਹੜੇ ਉਹਨਾਂ ਨੂੰ ਲੱਗਦੇ ਸੀ ਬੰਦੇ ਵੀ ਜਿਹੜੇ ਜਿਨ੍ਹਾਂ ਨੇ ਕੁਝ ਕਰੈਕਟਰ ਵਿੱਚ ਜਾਂ ਕਿਵੇਂ ਨਹੀਂ ਤਾਂ ਉਹ ਉਹਨਾਂ ਤੋਂ ਪਾਸੇ ਰਹੇ ਆ। ਤਾਂ ਬਾਕੀ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਵੀ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਹੀ ਸਿਸਟਮ ਹੋਏਗਾ ਕਿ ਜਿਹੜਾ ਵੀ ਪੋਲੀਟੀਕਲ ਲੀਡਰ ਇਸ ਮਤਲਬ ਪਾਰਟੀ ਦੀਆਂ ਪਾਲਿਸੀਜ਼ ਤੋਂ ਬਿਨਾਂ ਕੋਈ ਆਪਦੇ ਨਿੱਜੀ ਫਾਇਦਿਆਂ ਦੇ ਹਿਸਾਬ ਨਾਲ ਉਹਨੂੰ ਚਲਾਏਗਾ ਤਾਂ ਉਹਦੇ ਤੇ ਐਕਸ਼ਨ ਜ਼ਰੂਰ ਲਿਆ ਜਾਏ। ਅੱਛਾ, ਆਮ ਆਦਮੀ ਪਾਰਟੀ ਨੂੰ ਤੁਸੀਂ ਕਹਿੰਦੇ ਹੋ ਇਮਾਨਦਾਰ ਆ, ਸਾਰਿਆਂ ਨੂੰ ਤੁਸੀਂ ਕਹਿੰਦੇ ਹੋਵੋਗੇ, ਠੀਕ ਹੈ। ਆਮ ਆਦਮੀ ਪਾਰਟੀ ਤੋਂ ਬਾਹਰ ਪੰਜਾਬ 'ਚ ਜਾਂ ਪੂਰੇ ਭਾਰਤ 'ਚ ਕੋਈ ਇੱਕ ਪੋਲੀਟੀਸ਼ੀਅਨ ਜਿਹੜਾ ਡਾਕਟਰ ਬਲਜੀਤ ਕੌਰ ਨੂੰ ਨਿੱਜੀ ਤੌਰ ਤੇ ਇਮਾਨਦਾਰ ਲੱਗਦਾ ਹੋਵੇ? ਇਹਦਾ ਪਾਰਟੀ ਨਾਲ ਕੋਈ ਸੰਬੰਧ ਨਹੀਂ, ਪਾਰਟੀ ਤੋਂ ਬਾਹਰ ਪਰ ਇਹ ਸਵਾਲ ਥੋੜਾ ਤੁਸੀਂ ਮੈਨੂੰ ਔਖਾ ਪੁੱਛਿਆ ਕਿਉਂਕਿ ਹੁਣ ਰਾਜਨੀਤੀ 'ਚ ਆਏ ਹੋ ਤਾਂ ਜ਼ਰੂਰ ਕਿਤੇ ਨਾ ਕਿਤੇ ਕਿਸੇ ਦਾ ਹੁੰਦਾ ਨਾ ਯਾਰ ਇਹਦੀ ਆਹ ਚੀਜ਼ ਚੱਕ ਲਈਏ, ਇਹਦੀ ਆਹ ਚੀਜ਼ ਚੱਕ ਲਈਏ, ਵੀ ਐਦਾਂ ਹੋ ਜਾਣਾ ਚਾਹੀਦਾ। ਦੇਖੋ ਜੀ ਮੈਂ ਆਏ ਤਾਂ ਨਹੀਂ ਕਿਸੇ ਦਾ ਪਾਰਟਿਕੂਲਰ ਨਾਮ ਤਾਂ ਨਹੀਂ ਲੈ ਸਕਦੀ ਕਿਉਂਕਿ ਮੈਂ ਇੰਨਾ ਪੋਲੀਟੀਕਲ ਸਿਸਟਮ 'ਚ ਇਨਵੋਲਵ ਨਹੀਂ ਹੋਈ ਸੀ, ਪਰ ਮੈਨੂੰ ਐਂ ਲੱਗਦਾ ਕਿ ਜਿਹੜੀਆਂ ਥਾਵਾਂ ਤੇ ਵਧੀਆ ਡਿਵੈਲਪਮੈਂਟ ਹੁੰਦੀ ਹੈ ਹੋਈ ਹੈ ਉੱਥੇ ਡੈਫੀਨੇਟਲੀ ਜਿਹੜੇ ਪੋਲੀਟੀਸ਼ੀਅਨ ਇਮਾਨਦਾਰ ਹੋਣਗੇ। ਆਈ ਨਹੀਂ ਹੈ ਕਿ ਆਪਾਂ ਕਹਿ ਦਈਏ ਵੀ ਕਿਸੇ ਪਾਰਟੀ ਨਾਲ ਹੀ ਸੰਬੰਧਿਤ ਹੋਣਗੇ। ਮਤਲਬ ਰਾਜਨੀਤੀ 'ਚ ਇਹ ਚੰਗੇ ਲੋਕਾਂ ਜੋਗਾ ਸਕੋਪ ਬਚਿਆ ਤੁਸੀਂ? ਬਿਲਕੁਲ ਬਿਲਕੁਲ ਬਿਲਕੁਲ। ਆਮ ਆਦਮੀ ਪਾਰਟੀ ਤੋਂ ਬਾਹਰ ਵੀ? ਹਾਂ ਹੋਣਗੇ, ਮਤਲਬ ਇਹ ਨਹੀਂ ਆਪਾਂ ਕਹਿ ਸਕਦੇ ਕਿ ਇੱਕ ਪਾਰਟੀ ਦੇ ਸਾਰੇ ਲੀਡਰ ਕਰਪਟ ਨੇ। ਅੱਛਾ, 1000 ਰੁਪਏ ਦੀ ਗੱਲ ਕੀਤੀ ਸੀ, ਅਰਵਿੰਦ ਕੇਜਰੀਵਾਲ ਨੇ ਗਰੰਟੀ ਦਿੱਤੀ ਆ ਕਿ ਔਰਤਾਂ ਨੂੰ ਵੀ 1000 ਰੁਪਇਆ ਦੇਵਾਂਗੇ। ਦਿੱਲੀ 'ਚ ਸਰਕਾਰ ਹੈ, ਉੱਥੇ ਕਿਉਂ ਨਹੀਂ ਦਿੰਦੇ? ਦੇਖੋ ਇਹ ਤਾਂ ਉਹਨਾਂ ਨੇ ਉੱਥੋਂ ਦੇ ਦਿੱਲੀ ਦੇ ਜਿਹੜੇ ਸਿਸਟਮ ਨੂੰ ਚੱਕ ਕੇ ਪਾਲਿਸੀਜ਼ ਬਣਾਈਆਂ ਨੇ, ਤਾਂ ਇਹ ਪੰਜਾਬ ਦੀ ਗੱਲ ਆਪਾਂ ਅਲੱਗ ਤਰ੍ਹਾਂ ਨਾਲ ਕਰਦੇ ਹਾਂ ਨਾ। ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਆਪਾਂ ਨੂੰ ਲੱਗਦਾ ਹੈ ਕਿ ਉੱਥੋਂ ਦੇ ਲੋਕ ਜਿਹੜੇ ਉਹ ਜ਼ਿਆਦਾ ਪੜ੍ਹੇ ਲਿਖੇ ਆ, ਉੱਥੋਂ ਦਾ ਐਜੂਕੇਸ਼ਨ ਸਿਸਟਮ ਜ਼ਿਆਦਾ ਡਿਵੈਲਪਡ ਹੈ। ਤਾਂ ਇੱਥੋਂ ਜਿਹੜਾ ਪੰਜਾਬ ਦਾ ਸਿਸਟਮ ਹੈ, ਇੱਥੋਂ ਦੀ ਜਿਹੜੀ ਕੈਟਾਗਰਾਈਜ਼ ਹੋਏ ਵੇ ਲੋਕੀ ਵੱਖ-ਵੱਖ ਮਤਲਬ ਕੈਟਾਗਰੀਜ਼ ਦੇ ਵਿੱਚ, ਤਾਂ ਉਸ ਸਿਸਟਮ ਦੇ ਹਿਸਾਬ ਨਾਲ ਉਹਨਾਂ ਨੇ ਮਤਲਬ ਇਹਨੂੰ ਇਸ ਪਾਲਿਸੀ ਨੂੰ ਅੱਗੇ ਲੈ ਕੇ ਆਏ। ਪਰ 1000 ਰੁਪਇਆ ਹੀ ਸਵਾਲ ਉੱਥੇ ਖੜਾ ਹੋ ਜਾਂਦਾ, ਕਿਉਂਕਿ ਮੈਂ ਤੁਹਾਨੂੰ ਤਾਂ ਪੁੱਛਦਾ ਵਾਰ-ਵਾਰ ਇਹ ਸਵਾਲ, ਤੁਸੀਂ ਡਾਕਟਰ ਹੋ, ਤੁਸੀਂ ਪੜ੍ਹ ਲਿਖ ਕੇ ਕਮਾਇਆ, ਬੇਰੁਜ਼ਗਾਰੀ ਭੱਤਾ ਇੱਕ ਚੀਜ਼ ਹੁੰਦੀ ਹੈ, ਉਹ ਸ਼ਾਇਦ ਬਹੁਤੇ ਮਿਲਦੀ ਨਹੀਂ, ਨੌਜਵਾਨ ਜ਼ਿਆਦਾ ਠੋਕਰਾਂ ਖਾਂਦੇ ਨੇ। ਬਤੌਰ ਇੱਕ ਔਰਤ ਤੁਹਾਨੂੰ ਕੀ ਲੱਗਦਾ ਜਦੋਂ ਇਹ ਐਲਾਨ ਕੀਤਾ ਗਿਆ, ਜੇ ਅਸੀਂ ਡਾਕਟਰ ਨਹੀਂ ਹੈਗੇ, ਬਲਜੀਤ ਕੌਰ ਇੱਕ ਆਮ ਘਰ 'ਚ ਮਤਲਬ ਸੁਆਣੀ ਹੈ ਇੱਕ, ਤਾਂ ਐਕਸੈਪਟ ਕਰਦੀ ਸੀ ਜਿਹੜੀ ਹੱਕਾਂ ਪ੍ਰਤੀ ਜਾਗਰੂਕ ਹੈ? ਨਹੀਂ ਐਕਸੈਪਟ, ਦੇਖੋ ਤੁਸੀਂ ਆਪਾਂ ਆਏ ਤਾਂ ਹੁਣ ਸਵਾਣੀਆਂ ਵੱਡੇ ਵੱਡੇ ਘਰਾਂ ਦੀਆਂ ਵੀ ਹੁੰਦੀਆਂ, ਹੋ ਸਕਦਾ ਉਹ ਨਾ ਐਕਸੈਪਟ ਕਰਨ, ਹੈ ਨਾ, ਪਰ ਆਪਾਂ ਉਹ ਹਰ ਥੱਲੜੀ ਲੈਵਲ ਤੋਂ ਚੱਲ ਕੇ ਉੱਠਣਾ ਨਾ। ਤੁਸੀਂ ਉਹਨਾਂ ਔਰਤਾਂ ਵੱਲ ਦੇਖੋ ਕਿ ਜਿਹੜੀਆਂ ਲੋਕਾਂ ਦੇ ਘਰਾਂ 'ਚ ਜਾ ਕੇ ਭਾਂਡੇ ਮਾਂਜਦੀਆਂ ਨੇ, ਜਿਨ੍ਹਾਂ ਦੇ ਘਰ ਵਾਲੇ ਨਸ਼ੇ ਕਰਕੇ ਪਏ ਹੁੰਦੇ ਆ ਤੇ ਆਪ ਉਹ ਲੋਕਾਂ ਦੇ ਘਰ 'ਚ ਜਾ ਕੇ ਮਤਲਬ ਕੰਮ ਕਰਦੀਆਂ ਨੇ ਤੇ ਉਹਨਾਂ ਨੂੰ 600-700 ਰੁਪਏ ਮਿਲਦੇ ਆ ਮਹੀਨੇ ਦੇ। ਤਾਂ ਫਿਰ ਉਹ ਬੇਸਿਕ ਆਪਾਂ ਸਿਰਫ ਬਿਲਕੁਲ ਥੱਲੜੇ ਲੈਵਲ ਤੋਂ ਚੱਕੀ ਜਾਣੀ ਚਾਹੀਦੀ ਹੈ ਨਾ ਸਕੀਮ। ਹੁਣ ਮਲੋਟ ਦੀ ਗੱਲ ਕਰੀਏ, ਮਲੋਟ 'ਚ ਕਿੱਦਾਂ ਦੀ ਪੋਲਿਟਿਕਸ, ਮਤਲਬ ਕਿੱਦਾਂ ਦੇ ਏਜੰਡੇ ਮਲੋਟ ਲਈ ਨੇ, ਕਿੱਦਾਂ ਦਾ ਕੰਮ ਕਰਨਾ ਚਾਹੁੰਦੇ ਹੋ? ਮਲੋਟ ਨੂੰ ਜਿੰਨਾ ਤੱਕ ਮੈਂ ਹੁਣ ਤੱਕ ਜੋ ਮੈਂ ਮਲੋਟ 'ਚ ਸਮਝਿਆ, ਇੱਕ ਤਾਂ ਇੱਥੇ ਕੋਈ ਐਜੂਕੇਸ਼ਨ ਸਿਸਟਮ ਹੈ, ਸਿਰਫ ਇੱਕ ਹੀ ਮੇਰੇ ਖਿਆਲ ਕੁੜੀਆਂ ਦਾ ਸਕੂਲ ਹੈ, ਤੇ ਉਹ ਸਕੂਲ 'ਚ ਮੈਨੂੰ ਪਤਾ ਲੱਗਿਆ ਵੀ 2 ਸ਼ਿਫਟਾਂ 'ਚ ਬੱਚੇ ਪੜ੍ਹਦੇ ਆ ਜੀ। ਪਹਿਲਾਂ 8 ਤੋਂ 2 ਤੱਕ, ਫਿਰ ਅੱਧੇ 2 ਤੋਂ 5 ਤੱਕ। ਮਤਲਬ ਸਕੂਲਾਂ ਦੀ ਬਹੁਤ ਘਾਟ ਹੈ, ਬੇਸਿਕ ਗੱਲ ਹੈ ਜਿਹੜੀ। ਤੇ ਉਸ ਤੋਂ ਬਾਅਦ ਜੇ ਹੈਲਥ ਸਿਸਟਮ ਚੱਕ ਲਈਏ, ਉਹ ਤਾਂ ਮੈਂ ਪਿੰਡਾਂ 'ਚ ਜਿੰਨਾ ਕੁ ਗੇੜਾ ਕੱਢਿਆ, ਤੇ ਮਤਲਬ ਮੈਂ ਕਹਿਣਾ ਨਹੀਂ ਚਾਹੁੰਦੀ ਕਿ ਡਿਸਪੈਂਸਰੀਆਂ ਦੀਆਂ ਛੱਤਾਂ ਡਿੱਗੀਆਂ, ਤੇ ਕਈ ਪਿੰਡਾਂ 'ਚ ਤਾਂ ਹੈ ਹੀ ਨਹੀਂ, ਡਿਸਪੈਂਸਰੀਆਂ ਹੀ ਹੈ ਨਹੀਂ ਗੀਆਂ। ਤਾਂ ਬੇਸਿਕ ਜਿਹੜੀ ਇੱਥੇ ਚੀਜ਼ ਹੈ ਨਾ, ਉਹੀ ਮਤਲਬ ਐਜੂਕੇਸ਼ਨ ਤੇ ਹੈਲਥ ਨੂੰ ਲੈ ਕੇ ਕੰਮ ਹੋਣਾ ਜ਼ਰੂਰੀ ਹੈ। ਬਾਕੀ ਜੋ ਇੱਥੇ ਕਈ ਵਾਰਡਾਂ ਦੇ ਵਿੱਚ ਇਹੋ ਜਿਹੇ ਘਰ ਨੇ ਜਿਹੜੇ ਪਾਣੀ 'ਚ ਡੁੱਬੇ ਪਏ ਆ, ਸੀਵਰੇਜ ਸਿਸਟਮ ਬਹੁਤ ਮਾੜਾ ਹਾਲ ਹੈ, ਮਤਲਬ ਇੱਦਾਂ ਪਾਣੀ 'ਚ ਹੀ ਕਹਿ ਲਓ ਵੀ ਕੰਧਾਂ ਨੇ ਉਹਨਾਂ ਦੀਆਂ। ਮਤਲਬ ਬਹੁਤ ਕੰਪਲੀਕੇਟਡ ਹੈ, ਵੀ ਜਿਵੇਂ ਥਾਂ ਤੇ ਕੂੜੇ ਦੇ ਡੰਪ ਪਏ ਆ, ਮਤਲਬ ਦੇਖ ਕੇ ਮੈਨੂੰ ਲੱਗਦਾ ਕਿ ਸਾਰੀਆਂ ਚੀਜ਼ਾਂ ਇੱਕ ਇੱਕ ਕਰਕੇ ਮਸਲੇ ਉਠਾਏ ਜਾਣਗੇ, ਇੱਕੋ ਵਾਰੀ ਉਠਾਉਣੇ ਬਹੁਤ ਔਖੇ। ਤੁਹਾਨੂੰ ਇਹ ਨਹੀਂ ਲੱਗਦਾ ਪੰਗਾ ਲੈ ਲਿਆ ਜਿਸ ਤਰੀਕੇ ਨਾਲ ਤੁਸੀਂ ਮੁੱਦੇ ਗਿਣਾਏ?
ਨਹੀਂ ਪੰਗਾ ਨਹੀਂ, ਕੰਮ ਨੂੰ ਜੇ ਆਪਾਂ ਕੰਮ ਸਮਝ ਕੇ ਕੋਈ ਏਮ ਸਮਝ ਕੇ ਕਰਾਂਗੇ ਫਿਰ ਪੰਗਾ ਨਹੀਂ ਲੱਗੂਗਾ। ਹਾਲਾਂਕਿ ਮਲੋਟ ਦੀ ਗੱਲ ਕਰੀਏ ਤਾਂ ਮਲੋਟ ਦੇ ਵਿੱਚ ਮੈਂ ਜਿਵੇਂ ਪਹਿਲਾਂ ਜਿਹੜੇ ਦਰਖਤ ਦੀ ਗੱਲ ਕੀਤੀ ਆ ਉਹਦੇ ਨਾਲ ਇਹ ਚੀਜ਼ ਸਾਹਮਣੇ ਆਉਂਦੀ ਆ ਕਿ ਇੱਥੇ ਸਿਆਸੀ ਰੰਜਿਸ਼ ਬਹੁਤ ਰਹਿੰਦੀ ਆ। ਅੱਛਾ, ਵੀ ਸਿਆਸੀ ਰੰਜਿਸ਼ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਲੋਕ ਇੱਕ ਪਾਰਟੀ ਨਾਲ ਜੁੜੇ ਆ ਉਹਨਾਂ ਦੇ ਕੰਮ ਨਹੀਂ ਹੋਣਗੇ, ਦੂਜੀ ਪਾਰਟੀ ਉਹਨਾਂ ਦੇ ਕੰਮ ਨਹੀਂ ਕਰੂਗੀ? ਇਹ ਦੇਖੋ ਜੀ, ਹੁਣ ਤੁਸੀਂ ਕਿਹਾ, ਮੈਂ ਤਾਂ ਵੈਸੇ ਹੀ ਗੱਲ ਕਹੀ ਮਤਲਬ ਲੋਕਾਂ ਸਿਆਸੀ ਅਸੀਂ ਜੋ ਕੰਮ ਮਤਲਬ ਮੈਂ ਜੋ ਕੰਮ ਜਿਸ ਤਰ੍ਹਾਂ ਦੀ ਮੇਰੀ ਨੇਚਰ, ਮੈਂ ਸਿਆਸੀ ਰੰਜਿਸ਼ਾਂ ਤੋਂ ਉੱਪਰ ਉੱਠ ਕੇ ਕੰਮ ਕਰਾਂਗੀ ਜੇ ਮੈਨੂੰ ਮੌਕਾ ਮਿਲਦਾ ਤਾਂ। ਵੀ ਸਾਡਾ ਮਕਸਦ ਇਹ ਹੋਣਾ ਚਾਹੀਦਾ ਕਿ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕੀਏ। ਇਹ ਨਹੀਂ ਵੀ ਆਪਾਂ ਕਹਿ ਸਕਦੇ ਕਿ ਦੂਜੀ ਪਾਰਟੀ ਦਾ ਬੰਦਾ ਹੈ ਤਾਂ ਆਪਾਂ ਇਹਨੂੰ ਕੋਈ ਫੈਸਿਲਿਟੀਜ਼ ਤੋਂ ਵਾਂਝੇ ਰੱਖਣਾ। ਜਦੋਂ ਡਾਕਟਰ ਬਲਜੀਤ ਕੌਰ ਦਾ ਨਾਮ ਅਨਾਉਂਸ ਹੋਇਆ ਤਾਂ ਮੈਨੂੰ ਲੱਗਦਾ ਮਲੋਟ 'ਚ 2-3 ਉਮੀਦਵਾਰ ਹੋਰ ਦਾਅਵੇਦਾਰੀ ਠੋਕਦੇ ਸੀਗੇ। ਹਾਂਜੀ, ਉਹ ਆਮ ਆਦਮੀ ਪਾਰਟੀ ਵੱਲੋਂ ਆਪਦੇ ਉਹਨਾਂ ਨੇ ਸ਼ਾਇਦ ਕਿਤੇ ਨਾ ਕਿਤੇ ਪੋਸਟਰ ਵੀ ਮਾੜੇ ਮੋਟੇ ਲਗਾਏ ਸੀਗੇ। ਉਹਨਾਂ ਨਾਲ ਜਿਹੜਾ ਲੋਕ ਜੁੜੇ ਹੋਏ ਉਹ ਨਿਰਾਸ਼ ਤਾਂ ਹੋਏ ਹੋਣੇ ਆ। ਹੋ ਸਕਦਾ ਹੈ, ਕਿਉਂਕਿ ਜਿੰਨਾ ਲੋਕਾਂ ਨੇ ਪਹਿਲਾਂ ਕੰਮ ਕੀਤਾ ਲੋਕ ਜੁੜੇ ਹੀ ਹੁੰਦੇ ਆ। ਬਾਕੀ ਇਹ ਹੈ ਵੀ ਉਹਨਾਂ ਲੋਕਾਂ ਨਾਲ ਵੀ ਗੱਲਬਾਤ ਹੁੰਦੀ ਹੈ। ਲੋਕ ਸਿਰਫ ਇੱਕ ਪਰਸਨ ਨਾਲ ਨਹੀਂ ਜੁੜੇ ਹੁੰਦੇ, ਲੋਕ ਪਾਰਟੀ ਨਾਲ ਵੀ ਜੁੜੇ ਹੁੰਦੇ ਨੇ। ਤਾਂ ਅਸੀਂ ਉਹਨਾਂ ਸਾਰਿਆਂ ਨੂੰ ਨਾਲ ਹੀ ਲੈ ਕੇ ਚੱਲਾਂਗੇ, ਕਿਸੇ ਨੂੰ ਨਾਰਾਜ਼ ਕਰਕੇ ਨਹੀਂ ਚੱਲਾਂਗੇ। ਮਨਾ ਲਏ ਕਿ ਨਹੀਂ ਮਨਾਏ ਹਜੇ? ਮਨਾ ਲਏ ਨਾਲ ਨੇ ਹੁਣ। ਇਹ ਜ਼ਰੂਰੀ ਹੈ ਕਿਤੇ ਇਹ ਨਾ ਹੋਵੇ ਵੀ ਆਪਦੇ ਘਰ 'ਚ ਥੋੜਾ ਬਹੁਤ ਆਸੇ-ਪਾਸੇ ਹੋ ਜਾਣ ਤੇ ਵੋਟਾਂ ਦਾ ਬਹੁਤ ਵੱਡਾ ਫਰਕ ਪੈ ਜਾਵੇ। ਨਹੀਂ, ਅਸੀਂ ਸਾਰਿਆਂ ਨੂੰ ਹੀ ਨਾਲ ਲੈ ਕੇ ਚੱਲਾਂਗੇ। ਪਹਿਲਾਂ ਉਹਨਾਂ ਤੋਂ ਸਿੱਖਾਂਗੇ, ਫੇਰ ਹੀ ਅੱਗੇ ਚੱਲਾਂਗੇ। ਮੌਜੂਦਾ ਪੋਲਿਟਿਕਸ ਹੈ ਜੋ ਚਰਨਜੀਤ ਸਿੰਘ ਚੰਨੀ ਬਤੌਰ ਮੁੱਖ ਮੰਤਰੀ ਕਿਵੇਂ ਦੇ ਲੱਗਦੇ ਨੇ? ਮੈਂ ਇਹ ਗੱਲ ਕਰੂੰਗਾ ਵੀ ਡਾਕਟਰ ਬਲਜੀਤ ਕੌਰ ਵੋਟਰ ਹੈ, ਡਾਕਟਰ ਬਲਜੀਤ ਕੌਰ ਉਮੀਦਵਾਰ ਨਹੀਂ। ਜੇ ਮੈਂ ਇੱਥੋਂ ਬੋਲਾਂ ਐਜ਼ ਏ ਵੋਟਰ ਤਾਂ ਮੈਂ ਕਹਾਂਗੀ ਕਿ ਜਦੋਂ ਚੰਨੀ ਜੀ ਆਏ ਸੀ ਤਾਂ ਸਾਨੂੰ ਬਹੁਤ ਵਧੀਆ ਲੱਗਦਾ ਹੈ ਨਾ ਕਿ ਇੱਕ ਬੰਦਾ ਆ ਕੇ ਆਮ ਲੋਕਾਂ 'ਚ ਵਿਚਰ ਰਿਹਾ, ਉਹਨਾਂ ਦੇ ਮਸਲੇ ਹੱਲ ਕਰਦਾ। ਜਿਵੇਂ ਥਾਂ ਤੇ ਪੋਸਟਰ ਪੜ੍ਹੇ ਸੀ, ਚੰਨੀ ਕਰਦਾ ਮਸਲੇ ਹੱਲ, ਤੇ ਪਰ ਉਹ ਮਸਲੇ ਕਦੋਂ ਹੱਲ ਹੋਏ ਇਹ ਤਾਂ ਨਹੀਂ ਮੈਨੂੰ ਸਮਝ ਆਇਆ। ਤਾਂ ਹੁਣ ਇਸ ਤਰ੍ਹਾਂ ਲੱਗ ਰਿਹਾ ਵੀ ਸ਼ਾਇਦ ਇਹ ਇੱਕ ਪੋਲੀਟੀਕਲ ਗੇਮ ਸੀ ਜੋ ਥੋੜੀ ਚਿਰ ਵਿੱਚ ਖਤਮ ਹੋ ਜਾਏਗੀ। ਅੱਛਾ, ਇਹ ਮੈਨੂੰ ਲੱਗਦਾ ਵੀ ਤੁਸੀਂ ਜਿਹੜੀ ਹੁਣ ਡਾਕਟਰ ਦੀ ਨਜ਼ਰ ਤੋਂ ਨਹੀਂ, ਇਹ ਸਿਆਸੀ ਨਜ਼ਰ ਤੋਂ ਦੇਖਿਆ ਹਨਾ? ਹਾਂ, ਨਹੀਂ, ਮੈਂ ਐਜ਼ ਏ ਵੋਟਰ ਦੇਖਿਆ। ਸਿਆਸੀ ਨਜ਼ਰ ਕੀ ਕਹਿੰਦੀ ਹੈ? ਨਹੀਂ, ਸਿਆਸੀ ਨਜ਼ਰ ਤਾਂ ਅਸੀਂ ਤਾਂ ਸਿੱਖਣਾ ਹੀ ਹੈ, ਭਾਵੇਂ ਉਹ ਆਪੋਜ਼ਿਟ ਪਾਰਟੀ ਦੇ ਹੋਵੇ। ਪਰ ਮੈਂ ਤਾਂ ਇਹ ਦੇਖ ਰਹੀ ਸੀ ਵੀ ਉਹ ਹੋ ਸਕਦਾ ਸਾਡੇ ਨਾਲੋਂ ਵਧੀਆ ਕੰਮ 2 ਮਹੀਨੇ 'ਚ ਕਰ ਦੇਣ, ਜਿਹੜਾ 4.5 ਸਾਲਾਂ 'ਚ ਨਹੀਂ ਹੋ ਸਕਿਆ ਉਹਨਾਂ। ਚਲੋ ਕੋਈ ਇੱਕ ਕੰਮ ਵਧੀਆ ਲੱਗਿਆ, ਕੋਈ 111 ਦਿਨ ਉਹਨਾਂ ਨੇ ਆਪਦੇ ਵੱਲੋਂ ਸਰਕਾਰ ਚਲਾਈ ਆ, ਕੋਈ ਇੱਕ ਦਿਨ ਇੱਕ ਕੰਮ ਉਹਨਾਂ ਦਾ ਇਹ ਕੰਮ ਬਹੁਤ ਵਧੀਆ ਸੀ। ਉਹ ਸਾਰੇ ਲੋਕਾਂ ਨੂੰ ਕਹਿ ਦਿੰਦੇ ਸੀ ਕਿ ਮੈਂ ਵੀ ਤੁਹਾਡੇ ਵਰਗਾ ਹੀ ਹਾਂ, ਮੈਂ ਆਹ ਕੰਮ ਵੀ ਕੀਤੇ ਆ। ਤਾਂ ਵਧੀਆ ਲੱਗਦਾ ਸੀ ਵੀ ਉਹ ਲੋਕਾਂ ਦੇ ਨਾਲ ਲੋਕਾਂ ਵਰਗੇ ਦਿਖਾਉਂਦੇ ਸੀ ਆਪਣੇ। ਕੇਜਰੀਵਾਲ ਸਾਹਿਬ ਕਹਿੰਦੇ ਵੀ ਚੰਨੀ ਨਕਲੀ ਕੇਜਰੀਵਾਲ ਹੈ। ਇਹਦੇ ਬਾਰੇ ਹੁਣ ਮੈਂ ਕੁਝ ਨਹੀਂ ਕਹਿ ਸਕਦੀ ਕਿ ਬਾਕੀ ਉਹਨਾਂ ਦੀਆਂ ਆਪਸੀ ਗੱਲਾਂ ਨੇ, ਵੱਡੇ ਸਿਆਸਤਦਾਨ ਨੇ, ਉਹਨਾਂ ਦੇ ਆਪਸੀ ਕਮੈਂਟ ਨੇ, ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ। ਮੈਨੂੰ ਇਹ ਲੱਗਦਾ ਤੁਸੀਂ ਬਚਾ ਜਾ ਕਰਦੇ ਹੋ ਆਪਦਾ। ਨਹੀਂ, ਫਿਰ ਉਹ ਉਹਨਾਂ ਦੀਆਂ ਆਪਸੀ ਇੱਕ ਦੂਜੇ ਤੇ ਉਹ ਤੰਜ ਕੱਸਦੇ ਨੇ, ਤਾਂ ਆਪਾਂ ਉਹਦੇ ਵਿੱਚ ਕਿਵੇਂ ਇੰਟਰਫੇਅਰ? ਤੁਸੀਂ ਕਹਿੰਦੇ ਮੁੱਖ ਮੰਤਰੀ ਹੋਵੇ ਇਹੋ ਜਿਹਾ ਹੋਵੇ, ਲੋਕਾਂ ਦੀ ਪਹੁੰਚ ਤੱਕ ਹੋਵੇ। ਹਾਂ, ਪ੍ਰਧਾਨ ਮੰਤਰੀ ਲੋਕਾਂ ਦੀ ਪਹੁੰਚ ਸੀਗੇ ਇੱਥੇ ਜਦੋਂ ਫਿਰੋਜ਼ਪੁਰ ਆਏ ਸੀਗੇ? ਇਹ ਤਾਂ ਮੇਰੇ ਤੋਂ ਵੱਧ ਲੋਕ ਹੀ ਦੱਸ ਸਕਦੇ ਨੇ। ਬਾਕੀ ਪ੍ਰਧਾਨ ਮੰਤਰੀ ਨੂੰ ਜੇ ਲੋਕਾਂ ਦੀ ਪਹੁੰਚ ਤੱਕ ਉਹ ਹੁੰਦੇ ਤਾਂ ਮੈਨੂੰ ਨਹੀਂ ਲੱਗਦਾ ਸੀ ਉਹਨਾਂ ਨੂੰ ਇਸ ਤਰ੍ਹਾਂ ਵਾਪਸ ਜਾਣਾ ਪੈਣਾ ਸੀ। ਤੇ ਜਾਂ ਮੌਸਮ ਦਾ ਬਹਾਨਾ ਕਹਿ ਲਓ ਜਾਂ ਕੋਵਿਡ ਕਹਿ ਲਓ, ਪਰ ਜੇ ਲੋਕਾਂ ਦੇ ਮਨਾਂ 'ਚ ਪ੍ਰਧਾਨ ਮੰਤਰੀ ਲਈ ਇੰਨੀ ਪਿਆਰ ਹੁੰਦਾ ਤਾਂ ਉਹਨਾਂ ਨੇ ਆਪ ਇੱਥੇ ਲੈ ਕੇ ਆਉਣਾ ਸੀਗਾ। ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਬੜਾ ਵਧੀਆ ਪਰਫਾਰਮ ਕਰਦੀ ਹੈ। ਆਮ ਆਦਮੀ ਪਾਰਟੀ ਆਪ ਇਹ ਗੱਲ ਕਹਿੰਦੀ ਹੈ, ਫਿਰ ਕਹਿੰਦੀ ਬੀਜੇਪੀ ਧੱਕਾ ਕਰ ਗਈ ਸਾਡੇ ਨਾਲ। ਇਹ ਤਾਂ ਸਾਡੇ ਸਾਹਮਣੇ ਹੀ ਹੈ। ਜਦੋਂ ਆਮ ਆਦਮੀ ਪਾਰਟੀ ਦਾ ਜੋ ਹੱਕ ਸੀ ਉਹ ਤਾਂ ਬੀਜੇਪੀ ਨੇ ਲੈ ਲਿਆ, ਤਾਂ ਫਿਰ ਇਹ ਧੱਕਾ ਹੀ ਹੋ ਗਿਆ। ਪਰ ਜਿਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਤੇ ਇਲਜ਼ਾਮ ਲੱਗਦੇ ਨੇ ਕਿ ਬੀਜੇਪੀ ਨੂੰ ਅਰਵਿੰਦ ਕੇਜਰੀਵਾਲ ਬਹੁਤ ਸੂਟ ਕਰਦਾ ਹੈ, ਬੀਜੇਪੀ ਜੋ ਚਾਹੁੰਦੀ ਆ ਅਰਵਿੰਦ ਕੇਜਰੀਵਾਲ ਉਸੇ ਤਰੀਕੇ ਦੇ ਕੰਮ ਕਰਦੇ ਨੇ। ਕਦੇ 370 ਤੇ ਨਹੀਂ ਬੋਲੇ, ਪੰਜਾਬ ਦੇ ਪਾਣੀਆਂ ਤੇ ਪੰਜਾਬ 'ਚ ਆ ਕੇ ਗੱਲ ਹੋਰ ਕਰਦੇ, ਦਿੱਲੀ ਜਾ ਕੇ ਗੱਲ ਕੁਝ ਹੋਰ ਕਰਦੇ ਨੇ। ਪਰਾਲੀ ਨੂੰ ਲੈ ਕੇ, ਧੂਏ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦੇ ਬਹੁਤ ਸਵਾਲ ਚੁੱਕੇ ਜਾਂਦੇ ਨੇ। ਨਹੀਂ, ਬੀਜੇਪੀ ਜੋ ਚਾਹੁੰਦੀ ਹੈ ਬੀਜੇਪੀ ਆਪ ਕਰੇ, ਉਹ ਕੇਜਰੀਵਾਲ ਤੋਂ ਕਿਉਂ ਕਰਵਾਉਂਦੀ? ਕਹਿੰਦੇ ਦੂਜਾ ਚਿਹਰਾ ਆ ਵੀ ਦਿੱਲੀ 'ਚ ਤਾਂ ਹੀ ਬਿਠਾਏ ਹੋਏ ਆ। ਦੇਖੋ, ਜੇ ਇਦਾਂ ਦੀ ਗੱਲ ਹੁੰਦੀ ਤਾਂ ਬੀਜੇਪੀ ਨੇ, ਦੇਖੋ ਜਦੋਂ ਕਿਸਾਨ ਗਏ ਸੀ ਉੱਥੇ ਦਿੱਲੀ ਦੇ ਵਿੱਚ, ਤਾਂ ਮੈਨੂੰ ਲੱਗਦਾ ਅਰਵਿੰਦ ਕੇਜਰੀਵਾਲ ਨੇ ਸਭ ਤੋਂ ਪਹਿਲਾਂ ਇਸ ਗੱਲ ਦੀ ਮਨਾਹੀ ਕੀਤੀ ਸੀ ਵੀ
ਜਿਹੜੀਆਂ ਉੱਥੇ ਲੋਕਲ ਜੇਲ੍ਹਾਂ ਬਣਾ ਕੇ ਕਿਸਾਨਾਂ ਨੂੰ ਡੱਕ ਲਿਆ ਜਾਵੇ, ਤਾਂ ਕੇਜਰੀਵਾਲ ਨੇ ਸਭ ਤੋਂ ਪਹਿਲਾਂ ਇਸ ਗੱਲ ਦਾ ਜਿਹੜਾ ਵਿਰੋਧ ਕੀਤਾ ਸੀ। ਆਪਾਂ ਕਿਵੇਂ ਕਹਿ ਦਾਂਗੇ ਕਿ ਬੀਜੇਪੀ ਦਾ ਉਹ ਵੀ ਪਾਰਟੀ ਆ। ਸਵਾਲ ਇਹ ਵੀ ਉੱਠਿਆ ਕਿ ਬਿੱਲ ਨਹੀਂ ਲਿਆਂਦਾ ਜਲਦੀ ਵੀ ਜਿਹੜੇ ਖੇਤੀ ਕਾਨੂੰਨ ਲਾਗੂ ਨਹੀਂ ਹੋਣ ਦੇਵਾਂਗੇ ਦਿੱਲੀ ਦੀ ਵਿਧਾਨ ਸਭਾ 'ਚ। ਨਹੀਂ, ਇਹ ਆਪਾਂ ਕੇਜਰੀਵਾਲ ਤੇ ਆਰੋਪ ਲਗਾ ਰਹੇ। ਬਿਲਕੁਲ, ਇਹ ਮੈਂ ਨਹੀਂ ਲਾ ਰਿਹਾ ਜੀ, ਇਹ ਕਿਸਾਨ ਆਪ ਕਹਿੰਦੇ ਨੇ। ਅਸੀਂ ਤਾਂ ਸਾਡਾ ਤਾਂ ਕੰਮ ਆ ਦੇਖੋ ਜੀ ਸਵਾਲਾਂ ਦਾ ਜਵਾਬ ਲੈਣਾ, ਜੋ ਕੋਈ ਸਵਾਲ ਪੁੱਛਦਾ ਜਾਂ ਜੋ ਦੋਸ਼ ਲੱਗਦੇ ਨੇ ਉਹ। ਦੇਖੋ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਤਾਂ ਨਹੀਂ ਆਈ। ਬਾਕੀ ਇਹ ਹੈ ਕਿ ਸਿਆਸੀ ਲੀਡਰ ਜਿਹੜੇ ਹੁੰਦੇ ਆ ਉਹ ਇੱਕ ਦੂਜੇ ਤੇ ਤਾਂ ਦੋਸ਼ ਲਾਉਂਦੇ ਹੀ ਰਹਿੰਦੇ ਨੇ। ਨਵਜੋਤ ਸਿੰਘ ਸਿੱਧੂ ਬਾਰੇ ਕਿੱਦਾਂ ਦੇ ਲੱਗਦੇ ਨੇ? ਐਜ਼ ਅ ਕਮੇਡੀਅਨ ਉਹ ਬਹੁਤ ਅੱਛੇ ਨੇ, ਮਤਲਬ ਐਂਟਰਟੇਨ ਕਰਦੇ ਨੇ ਲੋਕਾਂ ਨੂੰ। ਸਿਆਸਤ ਦੇ ਤੌਰ ਤੇ ਨਹੀਂ, ਕਿਉਂਕਿ ਉਹ ਪੰਜਾਬ ਮਾਡਲ ਦੀ ਗੱਲ ਕਰਦੇ ਨੇ। ਉਹਨਾਂ ਨੇ ਔਰਤਾਂ ਲਈ ਬੜੇ ਸੋਹਣੇ ਐਲਾਨ ਕੀਤੇ। ਮੈਂ ਤਾਂ ਉਹਦੇ ਤੇ ਵੀ ਇਹੀ ਗੱਲ ਕਰਾਂਗੀ ਕਿ ਉਹ ਬਹੁਤ ਅੱਛੇ ਕਮੇਡੀਅਨ ਨੇ। ਯਾਨੀ ਕਿ ਅਸੀਂ ਇਹ ਵਿੱਚ ਵੀ ਉਹ ਬਹੁਤ ਅੱਛੀ ਕਮੇਡੀ ਕਰਦੇ ਨੇ। ਯਾਨੀ ਕਿ ਅਸੀਂ ਇਹ ਮੰਨੀਏ ਵੀ ਉਹ ਕਮੇਡੀ ਕਰ ਗਏ, ਕਮੇਡੀ ਕਰ ਰਹੇ ਨੇ। ਜ਼ਮੀਨੀ ਹਕੀਕਤ ਨਹੀਂ ਹੈ। ਨਹੀਂ ਹੈ। ਫਿਰ ਭਗਵੰਤ ਮਾਨ ਦੇ ਐਲਾਨ ਦੇਖੋ, ਭਗਵੰਤ ਮਾਨ ਦੇ ਜਿਹੜੇ ਐਲਾਨ ਹੈ, ਭਗਵੰਤ ਮਾਨ ਤਾਂ ਮਤਲਬ ਆਪਾਂ ਇੱਕ ਗਰੰਟੀ ਦੇ ਰਹੇ ਹਾਂ ਨਾ, ਜਦੋਂ ਸਾਡੀ ਸਰਕਾਰ ਆਊਗੀ ਤਾਂ ਫੇਰ ਹੀ ਆਪਾਂ ਦੇਖਾਂਗੇ। ਡਾਕਟਰ ਸਾਹਿਬ, ਗਰੰਟੀ ਜਦੋਂ ਕੋਈ ਦੁਕਾਨਦਾਰ ਗਰੰਟੀ ਦਿੰਦਾ ਨਾ, ਜੇ ਉਹ ਗਰੰਟੀ ਵਾਪਸ ਪੂਰੀ ਨਹੀਂ ਪੈਂਦੀ ਤਾਂ ਉਹਦੇ ਲੀਗਲ ਐਕਸ਼ਨ ਲਿਆ ਜਾਂਦਾ। ਨਹੀਂ ਤੇ ਬਿਲਕੁਲ ਲੋਕ ਵੀ ਸਾਨੂੰ ਫਿਰ ਹੁਣ ਅਸੀਂ ਲੋਕਾਂ ਦੇ ਅੱਗੇ 5 ਸਾਲ ਤੋਂ ਸਰਕਾਰ ਬਣ ਜੂਗੀ, 5 ਸਾਲ ਤੋਂ ਬਾਅਦ ਸਰਕਾਰ ਲੋਕ ਐਕਸ਼ਨ ਲੈਣ। ਹਾਂ ਬਿਲਕੁਲ, ਅਸੀਂ ਲੋਕਾਂ ਅੱਗੇ ਜਵਾਬਦੇਹ ਹੋਵਾਂਗੇ। ਅਸੀਂ ਇੱਥੇ ਹੀ ਰਹਿਣਾ, ਅਸੀਂ ਕਿਹੜਾ ਕਿਤੇ ਚਲੇ ਜਾਣਾ। ਪਰ ਇਹ ਸਿਸਟਮ ਇਦਾਂ ਦਾ ਕੋਈ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਵੀ ਲੀਗਲ ਇੱਕ ਡਾਕੂਮੈਂਟ ਬਣ ਜੇ, ਮੈਨੀਫੈਸਟੋ, ਜੇ ਨਹੀਂ ਕੰਮ ਹੁੰਦਾ ਸਮਾਂ ਬਾਅਦ। ਹਾਂ, ਇਹ ਗੱਲ ਬਾਰ-ਬਾਰ ਉੱਠਦੀ ਹੈ ਕਿ ਲੀਗਲ ਡਾਕੂਮੈਂਟ ਹੋਣਾ ਚਾਹੀਦਾ, ਤੇ ਇਹ ਸਾਰੀਆਂ ਪਾਰਟੀਆਂ ਲਈ ਹੋਣਾ ਚਾਹੀਦਾ, ਸਿਰਫ ਆਮ ਆਦਮੀ ਪਾਰਟੀ ਲਈ ਨਹੀਂ, ਬੀਜੇਪੀ ਲਈ ਵੀ, ਕਾਂਗਰਸ ਲਈ। ਬਿਲਕੁਲ ਸਾਰਿਆਂ ਲਈ ਹੋਣਾ ਚਾਹੀਦਾ। ਸੋ ਜਾਂਦੇ ਤਜਰਬਾ ਜ਼ਰੂਰ ਸਾਂਝਾ ਕਰਿਓ ਆਪਦਾ, ਵੀ ਡਾਕਟਰੀ ਤੋਂ ਪੋਲਿਟਿਕਸ 'ਚ ਆਉਣਾ, ਉਸ ਤੋਂ ਬਾਅਦ ਹੁਣ ਪ੍ਰਚਾਰ ਕਰਨਾ, ਕਿੱਦਾਂ ਦਾ ਲੱਗ ਰਿਹਾ ਆ ਜਿਸ ਤਰੀਕੇ ਦੀਆਂ ਫੇਸ ਕਰਦੇ ਹੋ? ਕਿ MLA MP ਹੁਣ ਤੱਕ ਸਾਡੇ ਲੋਕਾਂ ਲਈ ਬਹੁਤ ਵੱਡੇ ਰਹੇ ਨੇ। ਬਤੌਰ ਤੁਸੀਂ ਵੀ ਡਾਕਟਰ ਰਹੇ ਹੋ, ਤੁਸੀਂ ਵੀ ਕਿਸੇ MLA ਨੂੰ ਮਿਲਣਾ, ਜੇ ਤੁਹਾਨੂੰ ਕੋਈ ਪਤਾ ਹੁੰਦਾ ਸੀ ਵੀ ਅੱਜ ਭਾਈ ਅੱਜ MLA ਨੇ ਆਉਣਾ, ਤਾਂ ਤੁਹਾਨੂੰ ਉਹ ਡਾਕਟਰਾਂ ਨੂੰ, ਜੋ ਸਟਾਫ ਨੂੰ ਹੱਥਾਂ ਪੈਰਾਂ ਦੀ ਇੱਕ ਵਾਰੀ ਪੈ ਜਾਂਦੀ ਸੀ, ਚੈਕਿੰਗ ਹੁੰਦੀ ਸੀ। ਹੁਣ ਕਿਵੇਂ ਦਾ ਲੱਗ ਰਿਹਾ? ਹੁਣ ਜੇ ਮੈਂ ਕਹਿ ਲਾਂ ਕਿ ਮੈਂ ਤਾਂ ਐਜ਼ ਅ ਕੈਂਡੀਡੇਟ ਹੀ ਕੰਮ ਕਰ ਰਹੀ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਹੈ, ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਮਤਲਬ MLA, ਜੇ ਤੁਸੀਂ ਸਹੀ ਤਰੀਕੇ ਨਾਲ ਐਜ਼ MLA ਕੰਮ ਕਰਨਾ ਨਾ, ਤਾਂ ਮੈਨੂੰ ਲੱਗਦਾ ਡਾਕਟਰ ਤੋਂ ਵੀ ਜ਼ਿਆਦਾ ਕਿਤੇ ਮਿਹਨਤ ਕਰਨੀ ਪਏਗੀ। ਤੇ ਬਾਕੀ ਕੋਈ ਗੱਲ ਨਹੀਂ, ਜੇ ਮੌਕਾ ਮਿਲਦਾ ਤਾਂ ਅਸੀਂ ਉਸ ਮਿਹਨਤ ਲਈ ਤਿਆਰ ਹਾਂ। ਔਰਤਾਂ ਲਈ ਪੋਲੀਟੀਕਲ ਸਕੋਪ ਕਿੱਦਾਂ ਦਾ ਹੈ ਔਰਤਾਂ ਦੇ ਲਈ? ਜੇ ਆਪਾਂ ਗੱਲ ਕਰੀਏ ਵੀ ਪਾਰਟੀਆਂ ਦੀ, ਤਾਂ ਪੋਲੀਟੀਕਲ ਸਕੋਪ ਮੈਨੂੰ ਇਹ ਲੱਗਦਾ ਕਿ ਇਮਾਨਦਾਰ ਔਰਤ ਨੂੰ ਇੱਕ ਪੋਲੀਟੀਕਲ ਫੀਲਡ 'ਚ ਆ ਕੇ ਕੰਮ ਕਰਨਾ ਹੈ ਬਹੁਤ ਔਖਾ, ਸੌਖਾ ਕੰਮ ਨਹੀਂ ਹੈ। ਪਰ ਜਿਵੇਂ ਜਿਵੇਂ ਔਰਤਾਂ ਅੱਗੇ ਆਉਣਗੀਆਂ ਤਾਂ ਉਹਦੇ ਨਾਲ ਦੂਜਿਆਂ ਦਾ ਵੀ ਹੌਸਲਾ ਵਧੇਗਾ। ਤੇ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੀਆਂ ਔਰਤਾਂ ਇੰਨੀਆਂ ਕਮਜ਼ੋਰ ਨੇ ਵੀ ਉਹ ਡਰ ਜਾਣਗੀਆਂ। ਬਿਲਕੁਲ ਅੱਗੇ ਆਉਣਗੇ, ਬਿਲਕੁਲ ਆਉਣਗੀਆਂ। ਸੋ ਅੱਗੇ ਆਉਣਾ ਬਣਦਾ ਵੀ ਆ, ਪਰ ਬਤੌਰ ਐਤਕੀ ਔਰਤਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਆਪਣੀ ਜਿਹੜੀ ਵੋਟ ਹੈ ਉਸ ਦੀ ਅਧਿਕਾਰ ਦੀ ਵਰਤੋਂ ਬਿਲਕੁਲ ਸਹੀ ਸੁਚੱਜੇ ਤਰੀਕੇ ਨਾਲ ਕੀਤੀ ਜਾਵੇ। 1000 ਜਾਂ 2000 ਦੇ ਐਲਾਨ ਦੀ ਪਰਖ ਤੁਸੀਂ ਆਪ ਕਰਨੀ ਆ। ਜਿਸ ਤਰੀਕੇ ਦੇ ਨਾਲ ਸਰਕਾਰਾਂ ਐਲਾਨ ਕਰ ਰਹੀਆਂ ਨੇ, ਤੁਸੀਂ ਪਾਰਟੀਆਂ ਐਲਾਨ ਕਰ ਰਹੀਆਂ, ਤੁਸੀਂ ਖੁਦ ਪਰਖ ਕਰਨੀ ਆ, ਤੇ ਫੈਸਲਾ ਤੁਹਾਡੇ ਹੱਥ ਹੈ ਕਿ ਐਤਕੀ ਕਿਹਨੂੰ ਚੁਣਨਾ ਆ, ਕਿਹਦੇ ਨਾਂ ਦਾ ਫਤਵਾ ਜਾਰੀ ਕਰਨਾ ਹੈ। ਪਰ ਵੋਟ ਜ਼ਰੂਰ ਪਾਇਓ।